ਲੇਕਿਨ ਅੱਜ SGPC ਵਾਲੇ ਕਹਿੰਦੇ ਅਸੀਂ ਪੰਥ ਹਾਂ, ਨਿਹੰਗ ਸਿੰਘ ਕਹਿੰਦੇ ਅਸੀਂ ਪੰਥ ਹਾਂ, ਟਕਸਾਲ ਵਾਲੇ ਕਹਿੰਦੇ ਅਸੀਂ ਪੰਥ ਹਾਂ। ਉਹ ਭਾਈ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਕੀ ਆ। ਹਰਪ੍ਰੀਤ ਸਿੰਘ ਜੀ, ਮੈਨੂੰ ਕਈ ਵਾਰ ਤਕਲੀਫ ਹੁੰਦੀ ਇਸ ਗੱਲ ਦੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 3 ਸ਼ਬਦ ਹੈਗੇ ਆ ਜਿਹੜੇ ਕਿ ਆ ਫੁੱਲਾਂ ਨੂੰ ਤੋੜਨ ਨੂੰ ਮਨਾ ਕਰਦੇ ਆ, ਲੇਕਿਨ ਦਰਬਾਰ ਸਾਹਿਬ ਤੇ ਕਰੋੜਾਂ ਦੇ ਫੁੱਲ ਚੜ ਰਹੇ ਆ। ਉਹ ਗੁਰੂ ਗ੍ਰੰਥ ਸਾਹਿਬ ਕੁਛ ਨਹੀਂ ਚ ਹੋ ਰਿਹਾ ਜੀ। ਅਸੀਂ ਇਹ ਕਿਉਂ ਭੁੱਲ ਗਏ ਹਾਂ, ਏਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਉਹਨਾਂ ਨੂੰ ਅਸੀਂ ਸਮੂਹ ਸੰਗਤ ਦੇ ਅੱਗੇ ਪੇਸ਼ ਕਰਾਂਗੇ ਵੀ ਆਹ ਸਾਖੀ ਇਸ ਕਰਕੇ ਗਲਤ ਹੈਗੀ ਆ, ਇਹਦਾ ਗੁਰਦੁਆਰਿਆਂ ਦੇ ਵਿੱਚ ਪ੍ਰਚਾਰ ਨਹੀਂ ਹੋਣਾ ਚਾਹੀਦਾ। ਸਰਦਾਰ ਸਤਵੀਰ ਸਿੰਘ ਨੇ ਲਿਖੀ ਅਤੇ ਪੰਜਾਬੀ ਯੂਨੀਵਰਸਿਟੀ ਨੇ ਛਾਪੀ ਆ ਵੀ ਬਾਬਾ ਬੁੱਢਾ ਜੀ ਦੇ ਪਾਸ ਮਾਤਾ ਗੰਗਾ ਜੀ ਅਤੇ ਗੁਰੂ ਅਰਜਨ ਪਾਤਸ਼ਾਹ ਦੋਏ ਜਾਣੇ ਗਏ ਸੀ ਵਰ ਲੈਣ, ਪੁੱਤਰ ਲੈਣ। ਉਹ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਮੁਤਾਬਕ ਜਾਂ ਸਿੱਖਾਂ ਦੀ ਚੜ੍ਹਦੀ ਕਲਾ ਦੇ ਵਿੱਚ ਨਹੀਂ ਹੋ ਰਿਹਾ, ਜਿਸ ਕਰਕੇ ਜੋ ਆਪਸ ਵਿੱਚ ਹੀ ਤਕਰਾਰ ਚੱਲ ਰਿਹਾ ਬੜੇ ਵੱਡੇ ਪੱਧਰ ਤੇ ਸਾਰੇ ਚਿੰਤਤ ਹੈਗੇ ਆ। ਨਿਰਮਲ ਸਿੰਘ ਜੀ, ਪਹਿਲਾਂ ਵੀ ਸੰਸਥਾਵਾਂ ਬਣੀਆਂ, ਕੁਝ ਦੇਰ ਲਈ ਕੰਮ ਹੁੰਦੀਆਂ ਨੇ, ਲੇਕਿਨ ਬਾਅਦ ਦੇ ਵਿੱਚ ਅਨਫੋਰਚੂਨੇਟਲੀ ਅਸੀਂ ਦੇਖਦੇ ਹਾਂ ਕਿ ਸਿੱਖ ਸੰਸਥਾਵਾਂ ਬਹੁਤੀਆਂ ਕਾਮਯਾਬ ਨਹੀਂ ਹੁੰਦੀਆਂ ਤੇ ਆਪਸ ਵਿੱਚ ਹੀ ਇਸ਼ੂਜ਼ ਚੈਲੰਜਸ ਆ ਜਾਂਦੇ ਹੈਗੇ ਨੇ। ਸੋ ਇਹਨੂੰ ਯਕੀਨੀ ਬਣਾਉਣ ਵਾਸਤੇ ਕਿ ਇਹ ਇੱਕਦਮ ਟਰਾਂਸਪੇਰੈਂਟ ਹੋਵੇ ਤੇ ਕੌਮ ਵਾਸਤੇ ਕੰਮ ਕਰ ਸਕੇ, ਇਹਦੇ ਵਾਸਤੇ ਤੁਸੀਂ ਕੀ ਤੁਹਾਡਾ ਮੇਜਰ ਫੋਕਸ ਹੋਗਾ? ਤੁਸੀਂ ਬਿਲਕੁਲ ਜਿਹੜੇ ਪਹਿਲਾਂ ਗੱਲ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਅਨੁਕੂਲ ਹੀ ਸਭ ਕੁਝ ਹੋਏਗਾ, ਪਰ ਫਿਰ ਵੀ ਟਰਾਂਸਪੇਰੈਂਸੀ ਦੀ ਲੋੜ ਹੁੰਦੀ ਹੈ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਚੌਧਰ ਜਿਹੜੀ ਹੈਗੀ ਉਹ ਇਹਨਾਂ ਇੰਸਟੀਟਿਊਸ਼ਨਸ 'ਤੇ ਭਾਰੂ ਹੋ ਜਾਂਦੀ ਤੇ ਫਿਰ ਪ੍ਰੋਬਲਮਸ ਕ੍ਰੀਏਟ ਹੁੰਦੀਆਂ, ਉਹਦੇ ਵਿੱਚੋਂ ਹੀ ਹੋਰ ਸੰਸਥਾਵਾਂ ਬਣ ਜਾਂਦੀਆਂ ਨੇ। ਸੋ ਉਹਦੇ ਮਤਲਬ ਕੀ ਟਰਾਂਸਪੇਰੈਂਸੀ ਨੂੰ ਤੁਸੀਂ ਕਿਵੇਂ ਫੋਕਸ ਕਰੋਗੇ? ਦ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਸਿੱਖ ਪੰਥ ਵਿੱਚ ਬਹੁਤ ਸਾਰੀਆਂ ਇਸ ਸਮੇਂ ਸਮੱਸਿਆਵਾਂ ਹੈਗੀਆਂ ਨੇ ਅਤੇ ਖਾਸ ਤੌਰ ਦੇ ਉੱਤੇ ਜਿਹੜਾ ਸਿਆਸੀਕਰਨ ਹੋ ਰਿਹਾ ਧਾਰਮਿਕ ਸੰਸਥਾਵਾਂ ਦਾ ਇੱਕ ਚਿੰਤਾ ਦਾ ਵਿਸ਼ਾ ਹੈ। ਉਸ ਤੋਂ ਇਲਾਵਾ ਜੋ ਗੁਰੂ ਦੀ ਸੋਚ ਸੀ, ਕੀ ਉਸ ਉੱਤੇ ਸਿੱਖ ਸਹੀ ਤਰੀਕੇ ਨਾਲ ਚੱਲ ਰਹੇ ਨੇ, ਕੀ ਗੁਰਮਤਿ ਦਾ ਸਹੀ ਪ੍ਰਚਾਰ ਹੋ ਰਿਹਾ ਹੈ, ਪਖੰਡਵਾਦ ਜਾਂ ਹੋਰ ਕਈ ਐਸੀਆਂ ਚੀਜ਼ਾਂ ਜਿਹੜੀਆਂ ਕਿ ਗੁਰਮਤਿ ਅਨੁਕੂਲ ਨਹੀਂ ਹੈਗੀਆਂ ਅੱਜ ਸਾਨੂੰ ਸਾਡੇ ਧਾਰਮਿਕ ਸਥਾਨਾਂ 'ਤੇ ਵੇਖਣ ਨੂੰ ਮਿਲਦੀਆਂ ਨੇ। ਅਤੇ ਖਾਸ ਤੌਰ 'ਤੇ ਜਦੋਂ ਅਸੀਂ ਅਕਾਲ ਤਖਤ ਸਾਹਿਬ ਦੀ ਗੱਲ ਕਰਦੇ ਹੈਗੇ ਹਾਂ ਤਾਂ ਉਸ ਉੱਤੇ ਜਿਸ ਤਰੀਕੇ ਨਾਲ ਅਸੀਂ ਪਿਛਲੇ ਸਮੇਂ ਵਿੱਚ ਦੇਖਿਆ ਕਿ ਸਿਆਸੀਕਰਨ ਕਿਵੇਂ ਹੋਇਆ ਅਤੇ ਕੀ ਕੁਝ ਉਸ ਦਾ ਨੁਕਸਾਨ ਹੋਇਆ ਪੰਥ ਨੂੰ, ਇਹ ਅਸੀਂ ਸਾਰੇ ਜਾਣਦੇ ਹਾਂ। ਇਸ ਸੰਬੰਧ ਵਿੱਚ ਇੱਕ ਨਵੀਂ ਸੰਸਥਾ ਹਾਲ ਹੀ ਵਿੱਚ ਬਣੀ ਹੈ ਜਿਸ ਦਾ ਨਾਮ ਹੈ ਸਰਬੱਤ ਖਾਲਸਾ ਜਥੇਬੰਦੀ। ਸੋ ਉਹਨਾਂ ਦੇ ਇੱਕ ਮੈਂਬਰ ਸਰਦਾਰ ਨਿਰਮਲ ਸਿੰਘ ਵੈਦ ਨਾਲ ਅਸੀਂ ਵਿਕਟੋਰੀਆ ਤੁਹਾਨੂੰ ਲੈ ਕੇ ਜਾ ਰਹੇ ਹਾਂ ਅਤੇ ਉਹਨਾਂ ਨਾਲ ਸੰਪਰਕ ਕਰਕੇ ਅਸੀਂ ਅੱਜ ਗੱਲਬਾਤ ਕਰਾਂਗੇ ਕਿ ਕੀ ਹੈ ਸੰਸਥਾ, ਕੀ ਇਸ ਦਾ ਉਦੇਸ਼ ਹੈ, ਕੌਣ ਇਸ ਦਾ ਮੈਂਬਰ ਬਣ ਸਕਦਾ ਹੈ ਅਤੇ ਕੀ ਕੁਝ ਇਹ ਚੇਂਜਸ ਲਿਆਉਣ ਲਈ ਤਤਪਰ ਹੈਗੇ ਨੇ। ਸਵਾਗਤ ਕਰਦੇ ਹਾਂ ਸਰਦਾਰ ਨਿਰਮਲ ਸਿੰਘ ਵੈਦ ਜੀ ਦਾ। ਭਾਈ ਸਾਹਿਬ ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਗੁਰੂ ਪਿਆਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਪਿਆਰੇ। ਸੋ ਨਿਰਮਲ ਸਿੰਘ ਜੀ, ਇਹ ਸੰਸਥਾ ਨੂੰ ਤਕਰੀਬਨ 6 ਮਹੀਨੇ ਹੋ ਗਏ ਨੇ ਅਤੇ ਸਰਬੱਤ ਖਾਲਸਾ ਜਥੇਬੰਦੀ ਜਿਹੜਾ ਨਾਂ ਰੱਖਿਆ ਗਿਆ, ਇਹ ਨਾਂ ਕਿਉਂ ਰੱਖਿਆ ਗਿਆ ਅਤੇ ਕੀ ਇਸ ਦਾ ਉਦੇਸ਼ ਹੈਗਾ ਜੀ? ਦੇਖੋ ਜੀ, ਇਹ ਜਿਹੜਾ ਨਾਂ ਹੈਗਾ ਨਾ ਜੀ, ਸਰਬੱਤ ਖਾਲਸਾ ਦਾ ਮਤਲਬ ਹੈਗਾ ਟੂ ਯੂਨਾਈਟ ਸਿੱਖਸ ਫਰੋਮ ਆਲ ਓਵਰ ਦਾ ਵਰਲਡ। ਇਹ ਆਮ ਤੌਰ 'ਤੇ ਜਿਸ ਤਰ੍ਹਾਂ ਸਰਬੱਤ ਖਾਲਸਾ ਬੁਲਾਇਆ ਜਾਂਦਾ ਆ ਕਿਸੇ ਸਮੇਂ 'ਤੇ, ਕਿਸੇ ਸਥਾਨ 'ਤੇ, ਇਹ ਸਾਡਾ ਇਹ ਕੋਈ ਟਾਰਗੇਟ ਨਹੀਂ ਹੈ ਅਸੀਂ ਇੱਕ ਸਰਬੱਤ ਖਾਲਸਾ ਬੁਲਾ ਰਹੇ ਹਾਂ। ਇਹ ਇੱਕ ਐਸਾ ਸਾਧਨ ਪ੍ਰੋਵਾਈਡ ਕਰ ਰਹੇ ਹਾਂ, ਇੱਕ ਉਪਰਾਲਾ ਹੈਗਾ ਆ ਜਿਹਦੇ ਨਾਲ ਕਿ ਸਮੂਹ ਸੰਗਤਾਂ, ਦੇਸ਼ ਵਿਦੇਸ਼ ਦੀਆਂ ਸੰਗਤਾਂ ਯੂਨਾਈਟ ਹੋ ਸਕਣ। ਏਕਤਾ ਪ੍ਰਦਾਨ ਕਰਨ ਵਾਸਤੇ ਅਸੀਂ ਇਹ ਉਪਰਾਲਾ ਕਰ ਰਹੇ ਹਾਂ। ਦੇਖੋ ਗੁਰੂ ਪਿਆਰਿਓ, ਗੁਰੂ ਸਾਹਿਬ ਦੇ ਬਚਨ ਹਨ ਭੱਟਾਂ ਦੀ ਬਾਣੀ ਦੇ ਵਿੱਚ, ਹਵ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਲੰਤ ਜਮ ਤਰਾਸ ਮਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ ਜੀ। ਮਸਲਾ ਇੱਥੇ ਹੈਗਾ, ਗੁਰੂ ਗ੍ਰੰਥ ਸਾਹਿਬ ਸਾਨੂੰ ਇਹ ਅਗਵਾਈ ਕਰਦੇ ਹੋਏ ਕਹਿ ਰਿਹਾ ਵੀ ਇੱਕ ਉੱਤਮ ਪੰਥ। ਅਸੀਂ ਤਾਂ ਬਹੁਤ ਵੱਖਰੇ ਵੱਖਰੇ ਪੰਥਾਂ ਦੇ ਵਿੱਚ ਆਪ ਡਿਵਾਈਡ ਹੋ ਚੁੱਕੇ ਹਾਂ, ਜਿਸ ਕਰਕੇ ਅਸੀਂ ਠੋਕਰਾਂ ਖਾ ਰਹੇ ਹਾਂ। ਪੰਥ ਦਾ ਲਫ਼ਜ਼ ਸਰਦਾਰ ਹਰਪ੍ਰੀਤ ਸਿੰਘ ਜੀ 3 ਤਰ੍ਹਾਂ ਆਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਵੱਖਰੇ ਵੱਖਰੇ ਥੋੜ੍ਹੇ ਲਗਾ ਮਾਤਰਾ ਦੀ ਫਰਕ ਦੇ ਨਾਲ, ਲੇਕਿਨ ਉਸ ਪੰਥ ਦਾ
ਮਤਲਬ ਹੈਗਾ ਗੁਰੂ ਦਾ ਦੱਸਿਆ ਹੋਇਆ ਮਾਰਗ, ਹੂੰ, ਹੂੰ। ਉਪਦੇਸ਼, ਜੁਗਤ, ਜੀਵਨ ਜੁਗਤ। ਇੱਕ ਜਿਸ ਤਰ੍ਹਾਂ ਰਹਿਤ ਮਰਜ਼ਾਦਾ ਦੇ ਵਿੱਚ ਲਿਖਿਆ ਹੈ ਵੀ ਸਿੱਖਾਂ ਦੇ ਤਿਆਰ ਸਿੰਘਾਂ ਨੂੰ ਇਕੱਠ ਨੂੰ ਜਾਂ ਉਹ ਪੰਥ ਕਿਹਾ ਜਾਂਦਾ। ਜੀ। ਜਦੋਂ ਅਸੀਂ ਹਰ ਇੱਕ ਚੀਜ਼ ਦਾ ਫੈਸਲਾ ਗੁਰੂ ਗ੍ਰੰਥ ਸਾਹਿਬ ਤੋਂ ਲਵਾਂਗੇ ਤੇ ਫਿਰ ਅਸੀਂ ਠੀਕ ਹੋ ਸਕਦੇ ਹਾਂ, ਫਿਰ ਅਸੀਂ ਇੱਕੋ ਪੰਥ ਦੇ ਚੱਲਾਂਗੇ। ਨਹੀਂ, ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਹੀ ਸਿੱਖ ਮੰਨਦੇ ਹੈਗੇ ਨੇ, ਪਰ ਅਫਸੋਸ ਇਹ ਹੈਗਾ ਕਿ ਕਿਹਾ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੰਨਦੇ ਹਾਂ, ਪਰ ਜਿਸ ਤਰੀਕੇ ਨਾਲ ਜੋ ਸਿਆਸੀਕਰਨ ਅੱਜ ਅਸੀਂ ਦੇਖ ਰਹੇ ਹਾਂ, ਜਾਂ ਜਿਸ ਤਰੀਕੇ ਨਾਲ ਸਾਡੇ ਧਾਰਮਿਕ ਸੰਸਥਾਵਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਨਹੀਂ ਹੋ ਰਿਹਾ, ਕੁਝ ਹੋਰ ਹੀ ਹੋ ਰਿਹਾ ਹੈਗਾ। ਸੋ ਇਹ ਤੁਹਾਡੀ ਸੰਸਥਾ ਜਿਹੜੀ ਹੈਗੀ ਹੈ, ਕਿਵੇਂ ਇਸ ਦਾ ਮੇਨ ਏਜੰਡਾ ਕੀ ਹੋਏਗਾ? ਤੁਸੀਂ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਤਾਂ ਸਾਰੇ ਹੀ ਸਿੱਖ ਮੰਨਦੇ ਨੇ, ਪਰ ਤੁਹਾਡਾ ਕੀ ਡਿਫਰੈਂਟ ਇੱਕ ਅਪਰੋਚ ਹੋਏਗੀ ਜਿਹਦੇ ਨਾਲ ਕਿ ਤੁਸੀਂ ਇਹ ਇਸ਼ੂਜ਼ ਨੂੰ ਟੈਕਲ ਕਰਨਾ ਚਾਹੁੰਦੇ ਹੋ? ਦੇਖੋ ਜੀ, ਇਹ ਸਾਡੀ ਸਾਰਿਆਂ ਦੀ ਵਿਚਾਰ ਜੋ ਹੈ, ਜੋ ਅਜੋਕੇ ਸਮੇਂ ਵਿੱਚ ਪ੍ਰੋਬਲਮਸ ਤੁਸੀਂ ਦੱਸ ਦਿੱਤੀਆਂ, ਇਹ ਹੈਗੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਜਿਸ ਤਰ੍ਹਾਂ ਦੱਸਿਆ ਵੀ ਸਾਰੇ ਇੱਕ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜ਼ਰੂਰ ਸਾਰੇ ਭਰੋਸਾ ਰੱਖਦੇ ਆ, ਬਾਕੀ ਥੋੜ੍ਹਾ ਬਹੁਤਾ ਮਰਜ਼ਾਦਾਵਾਂ ਦੇ ਵਿੱਚ ਫ਼ਰਕ ਹੋ ਸਕਦਾ। ਸੋ ਇਸ ਕਰਕੇ ਅੱਜ ਬਹੁਤ ਲੋੜ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਧੀਨ ਪੰਚ ਪ੍ਰਧਾਨੀ ਸੰਕਲਪ ਨੂੰ ਰੂਪਮਾਨ ਕਰਦੀ ਸਰਬੱਤ ਖਾਲਸਾ ਜਥੇਬੰਦੀ ਨੂੰ ਸੁਰਜੀਤ ਕੀਤਾ ਜਾਵੇ, ਜੋ ਕਿਸੇ ਖਾਸ ਦੇਸ਼ ਸਥਾਨ ਨਾਲ ਬੱਝੀ ਨਾ ਹੋਵੇ, ਤਾਂ ਕਿ ਰਾਜਸੀ ਅਤੇ ਪੁਜਾਰੀ ਗੱਠਜੋੜ ਇਸ ਸੰਸਥਾ ਤੇ ਕਾਬਜ਼ ਨਾ ਹੋ ਸਕੇ। ਜਿਹੜਾ ਕਿ ਹੁਣ ਮੌਜੂਦਾ ਹਾਲਾਤ ਹੈ, ਉਹਦੇ ਵਿੱਚ ਰਾਜਸੀ ਦਖਲਅੰਦਾਜ਼ੀ, ਆਪਣੇ ਸਵਾਰਥ ਵਾਸਤੇ ਸੰਸਥਾਵਾਂ, ਸਿੱਖ ਸੰਸਥਾਵਾਂ ਨੂੰ ਵਰਤਣਾ, ਉਹਦੇ ਸ਼ਿਕਾਰ ਹੋਣ ਕਰਕੇ ਜੋ ਹਾਲਾਤ ਬਣੇ ਹੋਏ ਹਨ, ਬਹੁਤ ਹੀ ਦੁਨੀਆ ਦੇ ਸਿੱਖ ਚਿੰਤਤ ਹਨ। ਜੀ। ਅਗਰ ਜੇ ਹਰ ਇੱਕ ਚਿੰਤਤ ਹੈ ਸਿੱਖ, ਤਾਂ ਫਿਰ ਅਸੀਂ ਕਿਉਂ ਨਹੀਂ ਇਕੱਠੇ ਹੁੰਦੇ? ਇਹ ਇਕੱਠੇ ਹੋਣ ਦਾ ਇੱਕ ਪ੍ਰੋਵੀਜ਼ਨ ਅਸੀਂ ਪ੍ਰੋਵਾਈਡ ਕਰਨ ਦਾ ਯਤਨ ਕਰ ਰਹੇ ਹਾਂ। ਜੀ। ਸਾਰੇ ਅਸੀਂ ਮੰਨਦੇ ਆ, ਬੋਲਦਿਆਂ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹੂੰ, ਹੂੰ। ਹਰਨਾਮੇ ਕੇ ਹੋ ਜੋੜੀ, ਗੁਰਮੁਖ ਬੈਸੋ ਸਬਕ ਵਿਛਾਏ। ਇਸੇ ਕਰਕੇ ਇਹ ਪਲੇਟਫਾਰਮ ਸਾਡੇ ਵਿਰੋਧੀ ਜਿਹੜੇ ਆ, ਉਹ ਲਗਾਤਾਰ ਆਪਣੀਆਂ ਸੰਸਥਾਵਾਂ ਬਣਾ ਕੇ ਦਖਲਅੰਦਾਜ਼ੀ ਖੱਬੇ ਸੱਜੇ ਕਰਕੇ ਫੋਕੇ ਦੇਖਣ ਨੂੰ ਸਿੱਖ ਹੁੰਦੇ ਆ, ਲੇਕਿਨ ਉਹ ਸਾਡੇ ਵਿੱਚ ਘੂਸ-ਪੇਟ ਕਰ ਚੁੱਕੇ ਆ। ਸਾਡੇ ਨਗਰ ਕੀਰਤਨਾਂ ਦੇ ਵਿੱਚ ਉਹ ਮੂਹਰੇ ਹੁੰਦੇ ਆ। ਕਈ ਵਾਰ ਤਾਂ ਪੰਜ ਪਿਆਰਿਆਂ ਦੇ ਵਿੱਚ ਵੀ ਇੱਦਾਂ ਦੇ ਬੰਦੇ ਵੇਖੇ ਗਏ ਆ। ਹੂੰ, ਹੂੰ। ਸੋ ਇਸ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਇਸ ਰੋਸ਼ਨੀ ਦੇ ਵਿੱਚ ਹਰ ਇੱਕ ਫੈਸਲਾ ਲਵਾਂਗੇ। ਜਿੱਥੇ ਜੀ। ਰਹੀ ਅਕਾਲ ਤਖ਼ਤ ਸਾਹਿਬ ਦੀ ਗੱਲ, ਹੂੰ, ਹੂੰ। ਸਰਦਾਰ ਹਰਪ੍ਰੀਤ ਸਿੰਘ ਜੀ, ਬੜੀ ਇੰਪੋਰਟੈਂਟ ਇਹ ਗੱਲ ਹੈਗੀ ਆ। ਛੇਵੇਂ ਪਾਤਸ਼ਾਹ ਨੇ ਪਹਿਲਾਂ ਅਕਾਲ ਤਖ਼ਤ ਦਾ, ਜਿਹਦਾ ਅਸੀਂ ਅੱਜ ਜ਼ਿਕਰ ਕਰਦੇ ਹਾਂ, ਉਹ ਥੜਾ ਸਾਹਿਬ ਸੀ, ਜਿੱਥੇ ਗੁਰੂ ਸਾਹਿਬ ਆਪਣੇ ਉਪਦੇਸ਼ ਦਿੰਦੇ ਸੀ ਜਾਂ ਬਚਨ ਸਾਂਝੇ ਕਰਦੇ ਸੀ। ਅਕਾਲ ਬੁੰਗਾ ਕਹਿੰਦੇ ਉਹਨੂੰ ਸੀ ਜੀ। ਅਕਾਲ ਬੁੰਗਾ ਕਹਿ ਲਓ ਜਾਂ ਹੂੰ, ਥੜਾ ਹੂੰ। ਸਾਹਿਬ ਕਹਿ ਲਓ, ਫਿਰ ਉਹ ਹੌਲੀ-ਹੌਲੀ ਅਕਾਲ ਤਖ਼ਤ ਬਣ ਗਿਆ। ਹੂੰ, ਹੂੰ। ਜਦੋਂ ਛੇਵੇਂ ਪਾਤਸ਼ਾਹ ਨੇ ਉਹ ਸਥਾਨ ਛੱਡ ਦਿੱਤਾ, ਲੇਕਿਨ ਜੋ ਗੁਰੂ ਗ੍ਰੰਥ ਸਾਹਿਬ ਦਾ ਸੱਚਾ ਤਖ਼ਤ ਹੈ, ਉਹ ਸਿਧਾਂਤ, ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਛੇਵੇਂ ਪਾਤਸ਼ਾਹ ਜਿੱਥੇ ਗਏ ਆ, ਉੱਥੇ ਵਰਤਦਾ ਰਿਹਾ। ਔਰ 4 ਗੁਰੂ ਸਾਹਿਬ ਮੁੜ ਕੇ ਅਕਾਲ ਤਖ਼ਤ ਸਾਹਿਬ, ਜਿਹਨੂੰ ਅੱਜ ਅਸੀਂ ਅਕਾਲ ਤਖ਼ਤ ਕਹਿੰਦੇ, ਉਹ ਨਹੀਂ, ਉੱਥੇ ਨਹੀਂ ਪਹੁੰਚੇ, ਉੱਥੇ ਨਹੀਂ ਗਏ। ਨਾ ਕਿ 9ਵੇਂ ਪਾਤਸ਼ਾਹ ਦਾ ਦੇਖੋ, ਉੱਥੇ ਨੂੰ ਐਂਟਰੀ ਨਹੀਂ ਹੋਣ ਦਿੱਤੀ। ਲੇਕਿਨ ਜੋ ਸੱਚੇ ਤਖ਼ਤ ਦਾ ਹੁਕਮ, ਸੱਚਾ ਤਖ਼ਤ ਹੈ ਗੁਰੂ ਗ੍ਰੰਥ ਸਾਹਿਬ ਦੇ ਬਚਨ, ਗੁਰ ਪਰਮੇਸ਼ਰ ਏਕੋ ਜਾਨ, ਜੋ ਇਹ ਵਰਤਾਰਾ ਸੀਗਾ, ਉਹ ਜਿੱਥੇ ਵੀ ਗੁਰੂ ਸਾਹਿਬ ਗਏ ਆ। ਇਸ ਕਰਕੇ ਸਾਡਾ ਉਹ ਇਤਿਹਾਸਿਕ ਅਸਥਾਨ ਹੈ, ਲੇਕਿਨ ਉੱਥੇ ਜੋ ਅੱਜ ਹੋ ਰਿਹਾ, ਹੂੰ, ਹੂੰ। ਪਰਚੀ ਦੇ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਪੰਜੇ ਜਿਹੜੇ ਆ, ਇੱਕ ਬਰਾਬਰ ਨਹੀਂ, ਇੱਕ ਨੂੰ ਜਥੇਦਾਰ, ਬਾਕੀ ਥੱਲੇ। ਉਹ ਆਪਣੇ ਆਪ ਨੂੰ ਇੱਕ ਗੁਰੂ ਦੇ ਸਮਾਨ ਹੁਕਮਨਾਮੇ ਜਾਰੀ ਕਰਦੇ। ਹੁਕਮਨਾਮਾ ਸਿਰਫ ਗੁਰੂ ਗ੍ਰੰਥ ਸਾਹਿਬ ਦਾ, ਜੀ। ਬਾਕੀ ਪੰਥਕ ਮਤਾ ਹੋ ਸਕਦਾ। ਹੂੰ, ਹੂੰ। ਮੈਂ ਇਹ ਗੱਲ ਹੋਰ ਸਾਂਝੀ ਕਰਦਿਆਂ ਕਿ ਜਿੱਥੇ ਪੰਥ ਦਾ ਮੈਂ ਵਚਨ ਕੀਤਾ ਵੀ ਪੰਥ ਦਾ ਮਤਲਬ ਰਸਤਾ, ਮਾਰਗ ਹੈਗਾ, ਉਹਦੇ ਜੀ। ਉੱਤੇ ਚੱਲਣ ਵਾਲੇ ਪਾਂਧੀ ਹੁੰਦੇ ਆ, ਉਹਦੇ ਉੱਤੇ ਚੱਲਣ ਵਾਲੇ ਮੁਸਾਫਰ ਹੁੰਦੇ ਆ, ਉਹਦੇ ਉੱਤੇ ਚੱਲਣ ਵਾਲੇ ਪੱਥਕ ਹੁੰਦੇ ਆ, ਨਾ ਕਿ ਪੰਥ ਹੁੰਦੇ ਆ। ਮੈਂ ਕਿਸੇ ਸੜਕ ਤੇ ਜਾਣਾ, ਮੈਂ ਪੰਥ ਨਹੀਂ ਹੈ, ਹੂੰ, ਹੂੰ। ਪੰਥ ਹੈਗਾ ਰਸਤਾ। ਮੈਂ ਇਹ ਬੇਨਤੀ ਕਰਦਾ ਕਿ ਤਕਰੀਬਨ, ਜੇ ਮੈਂ ਭੁੱਲਦਾ ਨਾ ਹੋਵਾਂ, 70-72 ਵਾਰੀ ਪੰਥ ਦਾ ਲਫ਼ਜ਼ ਆਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਪੱਪੇ ਦੇ ਉੱਤੇ ਟਿੱਪੀ, ਥੱਥਾ, ਥੱਥੇ ਨੂੰ ਔਂਕੜ, ਥੱਥੇ ਨੂੰ ਸਿਆਰੀ, ਥੱਥਾ ਮੁਕਤਾ। ਚੰਗੀ ਤਰ੍ਹਾਂ ਤੁਸੀਂ ਵਿਚਾਰ ਲਓ, ਗੁਰੂ ਗ੍ਰੰਥ ਸਾਹਿਬ ਦੇ ਵਿੱਚ
ਇੱਕ ਤਿਆਰ-ਬਾਰ ਤਿਆਰ ਸਿੰਘਾਂ ਦੇ ਸਮੂਹ ਨੂੰ, ਇਕੱਤਰਤਾ ਨੂੰ ਪੰਥ ਨਹੀਂ ਕਹਿੰਦੇ, ਪੰਥ ਹੁੰਦਾ ਰਸਤਾ। ਲੇਕਿਨ ਅੱਜ ਐਸਜੀਪੀਸੀ ਵਾਲੇ ਕਹਿੰਦੇ ਅਸੀਂ ਪੰਥ ਹਾਂ, ਹੂੰ ਹੂੰ ਨਿਹੰਗ ਸਿੰਘ ਕਹਿੰਦੇ ਅਸੀਂ ਪੰਥ ਹਾਂ, ਟਕਸਾਲ ਵਾਲੇ ਕਹਿੰਦੇ ਅਸੀਂ ਪੰਥ ਹਾਂ। ਉਹ ਜੀ। ਭਾਈ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਕੀ ਆ? ਨਹੀਂ, ਬਿਲਕੁਲ ਤੁਹਾਡੀ ਗੱਲ ਠੀਕ ਹੈ ਸਰਦਾਰ ਨਿਰਮਲ ਸਿੰਘ ਜੀ, ਪਰ ਗੁਰੂ ਗ੍ਰੰਥ ਸਾਹਿਬ ਦਾ ਜੋ ਉਪਦੇਸ਼ ਹੈ, ਜੋ ਪ੍ਰਚਾਰ ਕਰਨਾ ਹੈ, ਹਰ ਇੱਕ ਸੰਸਥਾ ਇਹ ਕਹਿੰਦੀ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰ ਰਹੇ ਹੈਗੇ ਹਾਂ। ਸੋ ਸਵਾਲ ਇਹ ਖੜਾ ਹੁੰਦਾ ਹੈ ਕਿ ਹੁਣ ਸਰਬਤ ਖਾਲਸਾ ਸੰਸਥਾ ਜਿਹੜੀ ਜਥੇਬੰਦੀ ਇਹ ਬਣਾਈ ਗਈ ਹੈ, ਇਹਦੇ 'ਚ ਕੀ ਵਿਲੱਖਣਤਾ ਕੀ ਹੋਏਗੀ ਬਾਕੀਆਂ ਨਾਲੋਂ? ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਕਿ ਬਿਲਕੁਲ ਤੁਹਾਡਾ ਪੁਆਇੰਟ ਬੜਾ ਵੈਲਿਡ ਹੈਗਾ ਕਿ ਅੱਜ ਜੋ ਸਮੱਸਿਆਵਾਂ ਨੇ, ਜਿਹਦਾ ਮੈਂ ਵੀ ਜ਼ਿਕਰ ਕੀਤਾ, ਸਾਰੇ ਸਿੱਖ ਚਿੰਤਤ ਨੇ, ਪਰ ਹਰ ਇੱਕ ਸਿੱਖ ਬਜਾਏ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਸੋਚ ਨਾਲ ਜੁੜਦਾ, ਉਹ ਸ਼ਾਇਦ ਕਿਸੇ ਜਥੇਬੰਦੀ ਨਾਲ ਜੁੜ ਗਿਆ। ਤਾਂ ਇਹ ਤਾਂ ਨਹੀਂ ਕਿ ਸਰਬਤ ਖਾਲਸਾ ਇੱਕ ਹੋਰ ਜਥੇਬੰਦੀ ਬਣ ਗਈ ਹੈ ਅਤੇ ਤੁਸੀਂ ਵੀ ਸਿਰਫ ਆਪਣੀ ਹੀ ਸੋਚ ਜਿਹੜੀ ਉਸ ਨੂੰ ਅੱਗੇ ਲੈ ਕੇ ਆਓ, ਜਿਸ ਨਾਲ ਪਿਆਰ ਮੁਹੱਬਤ ਜਾਂ ਮੈਂ ਕਹਾਂ ਟਕਰਾਰ ਜਿਹੜਾ ਹੈ ਉਹ ਵਧੇਗਾ, ਅਤੇ ਪਿਆਰ ਮੁਹੱਬਤ ਜਿਹੜੀ ਆਲਰੇਡੀ ਅਸੀਂ ਦੇਖ ਰਹੇ ਹਾਂ ਕਿ ਕੀ ਕੁਝ ਸਾਡੇ ਵਿੱਚ ਵਾਪਰ ਰਿਹਾ ਹੈਗਾ। ਵੀਰ ਜੀ ਬਹੁਤ ਹੀ ਅੱਛਾ ਸਵਾਲ ਤੁਸੀਂ ਕੀਤਾ। ਜੇ ਇੱਕ ਘਰ ਦੀ ਗੱਲ ਕਰ ਲਈਏ, ਘਰ ਦੀਆਂ ਕੁਝ ਪ੍ਰੋਬਲਮਸ ਹੁੰਦੀਆਂ, ਕੁਝ ਗਾਹਾਂ ਦੇ ਸ਼ਹਿਰ ਦੀਆਂ ਹੁੰਦੀਆਂ, ਕੁਝ ਮੁਲਕ ਦੀਆਂ ਹੁੰਦੀਆਂ। ਲੇਕਿਨ ਇਹ ਜਿਹੜੀ ਸੰਸਥਾ ਅਸੀਂ ਉਪਰਾਲਾ ਕਰ ਰਹੇ ਹਾਂ, ਇਹਦੇ ਵਿੱਚ ਜਿਹੜੇ ਕੌਮੀ ਮਸਲੇ ਹੈਗੇ ਆ ਉਹਨਾਂ ਨੂੰ ਅਸੀਂ ਐਡਰੈਸ ਕਰਾਂਗੇ। ਜਿਹੜੇ ਸੰਸਥਾਵਾਂ ਆਲਰੇਡੀ ਐਸਟੈਬਲਿਸ਼ ਹੈਗੀਆਂ, ਜੋ ਆਪਣੇ ਲੈਵਲ 'ਤੇ ਉਹ ਕਰ ਰਹੀਆਂ, ਉਹਦੇ ਵਿੱਚ ਸਾਡੀ ਕੋਈ ਇੰਟਰਫੀਅਰੈਂਸ ਕਿਸੇ ਤਰ੍ਹਾਂ ਦੀ ਨਹੀਂ ਹੋਏਗੀ। ਲੇਕਿਨ ਜਿਹੜੇ ਕੌਮੀ ਮਸਲੇ ਜਿਨ੍ਹਾਂ ਤੋਂ ਅਸੀਂ ਸੁਚੇਤ ਹੋਣਾ, ਜਿਹੜੇ ਸਾਨੂੰ ਬਹੁਤ ਹੀ ਨੁਕਸਾਨ ਪਹੁੰਚਾ ਰਹੇ ਆ, ਉਹਦੇ ਵਾਸਤੇ ਇਹ ਹਮੇਸ਼ਾ ਸੰਸਥਾ ਲਗਾਤਾਰ ਕੰਮ ਕਰੇਗੀ। ਇੰਸਟੈਂਟ ਜਿਹੜਾ ਸਰਬੱਤ ਖਾਲਸਾ ਚੱਬੇ ਦੀ ਧਰਤੀ ਤੇ ਹੋਇਆ ਸੀ ਵੀਰ ਜੀ, ਜੀ। ਉਸ ਵੇਲੇ ਜੋ ਕੁਛ ਹੋਇਆ ਉਹਦੇ ਵਿੱਚ ਜਿਹੜੇ ਜਥੇਦਾਰ ਬਣਾਏ, ਚਲੋ ਬਣ ਗਏ, ਠੀਕ ਹੈ, ਸਾਰੇ ਸੰਗਤ ਇਕੱਠੀ ਹੋਈ ਆ, ਲੇਕਿਨ ਉਹ ਤੋਂ ਬਾਅਦ ਕੋਈ ਨਿਰੰਤਰ ਕੰਮ ਨਹੀਂ ਹੋ ਸਕਿਆ। ਠੀਕ। ਇਹ ਸੰਸਥਾ ਜਿਹੜੀ ਆ ਸਾਰੀ ਸੰਗਤ ਨੂੰ, ਜਿਹੜੇ ਅਕਾਲ ਤਖਤ ਦੇ ਜਥੇਦਾਰਾਂ ਦੀ ਗੱਲ ਕਰ ਲਓ, ਜਾਂ ਉੱਥੇ ਫੈਸਲੇ ਹੁੰਦੇ ਜਾਂ ਹੁਕਮਨਾਮੇ ਹੁੰਦੇ ਆ, ਉਹਦੇ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੀ ਪੂਰੀ, ਮੈਂ ਕਹਿੰਦਾ ਇੰਡੀਆ ਦੀ ਛੱਡ ਲਓ, ਬਾਹਰਲੀ ਕੰਟਰੀ ਦੀ ਛੱਡ ਲਓ, ਲੋਕਲ ਪੰਜਾਬ ਦੀ ਸਿੱਖਾਂ ਦੀ ਵੀ ਨੁਮਾਇੰਦਗੀ ਉਹ ਨਹੀਂ ਕਰਦੇ। ਉਹਨਾਂ ਦੀ ਨਿਯੁਕਤੀ ਵੇਲੇ ਵੀ ਨੁਮਾਇੰਦਗੀ ਨਹੀਂ ਹੋ ਰਹੀ। ਲੇਕਿਨ ਇਹ ਸੰਸਥਾ ਜਿਹੜੀ ਆ, ਅਸੀਂ ਕਦੇ ਹੁਕਮਨਾਮੇ ਨਹੀਂ ਜਾਰੀ ਕਰਨੇ। ਜਿਹੜਾ ਕੋਈ ਸਾਡਾ ਫੈਸਲਾ ਹੋਏਗਾ, ਅਸੀਂ ਬੇਨਤੀ ਦੇ ਰੂਪ ਦੇ ਵਿੱਚ ਉਹਨੂੰ ਪੰਥਕ ਮਤਾ ਕਹਿ ਕੇ ਪ੍ਰਚਾਰਾਂਗੇ। ਅਸੀਂ ਇਹ ਸਾਡਾ ਯਤਨ ਆ। ਸਾਰੀ ਦੁਨੀਆ ਦੀਆਂ ਸੰਸਥਾਵਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਆ। ਸਾਡੇ ਕੋਈ 30-35 ਸੰਸਥਾਵਾਂ ਆਲਰੇਡੀ ਮੈਂਬਰ ਬਣ ਚੁੱਕੀਆਂ। ਉਹ ਆਪਣੇ 2-2 ਨੁਮਾਇੰਦੇ ਇਸ ਸੰਸਥਾ ਦੇ ਵਿੱਚ ਸਾਨੂੰ ਭੇਜ ਕੇ ਹਮੇਸ਼ਾ ਆਪਣਾ ਓਪੀਨੀਅਨ ਦੇਣਗੇ, ਸਾਨੂੰ ਆਪਣੀ ਜਿਹੜੀ ਆ ਕੋਈ ਵਿਚਾਰਧਾਰਾ ਦੱਸਣਗੇ। ਲੇਕਿਨ ਵਿਚਾਰਧਾਰਾ ਹਰ ਇੱਕ ਦੀ ਆਪਣੀ ਆਪਣੀ ਹੋ ਸਕਦੀ ਆ, ਲੇਕਿਨ ਫੈਸਲਾ ਜਿਹੜਾ ਆ ਉਹ 5 ਪ੍ਰਧਾਨੀ ਦਾ ਕੋਰ ਕਮੇਟੀ ਦੇ ਨਾਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਮੁਤਾਬਕ ਹੀ ਹੋਵੇਗਾ। ਵੰਡਰਫੁਲ, ਬਹੁਤ ਖੂਬ। ਸੋ ਸਮਾਜਕ, ਧਾਰਮਿਕ, ਬੱਚਿਆਂ ਦੇ ਨਵੀਂ ਪਨੀਰੀ ਦੇ ਇਸ਼ੂ ਸਾਡੇ ਗੁਰਦੁਆਰਿਆਂ ਵਿੱਚ ਜਿਸ ਤਰੀਕੇ ਨਾਲ ਜੋ ਕੁਝ ਇਸ ਸਮੇਂ ਮਨਮਤ ਚੱਲ ਰਹੀ ਹੈਗੀ ਹੈ, ਬਹੁਤ ਸਾਰੇ ਇਸ਼ੂਜ਼ ਹੈਗੇ ਨੇ। ਸੋ ਕੀ ਤੁਸੀਂ ਕਿਉਂਕਿ 5 ਪ੍ਰਧਾਨੀ ਦਾ ਕਨਸੈਪਟ ਤੁਸੀਂ ਕਿਹਾ ਸਿੰਘ ਸਾਹਿਬ ਲੈ ਕੇ ਆਓਗੇ, ਅਤੇ ਉਹਦੇ ਵਿੱਚ 5 ਜਿਹੜਾ ਪਹਿਲਾਂ ਵੀ ਅਸੀਂ ਦੇਖਦੇ ਹਾਂ ਕਿ ਜੇਕਰ ਅਸੀਂ ਹਿਸਟਰੀ ਵਿੱਚ ਜਾਈਏ, ਕਿਉਂਕਿ ਸਮਾਂ ਨਹੀਂ ਹੋਏਗਾ ਮੈਂ ਉਸ ਨੂੰ ਟੱਚ ਨਹੀਂ ਕਰਾਂਗਾ, ਕਿ 5 ਪ੍ਰਧਾਨੀ ਦਾ ਹੀ ਕਨਸੈਪਟ ਹੋਇਆ ਕਰਦਾ ਸੀ, ਪਰ ਇਹ ਖਤਮ ਹੋ ਗਿਆ। ਪਰ ਹੁਣ ਇਸ਼ੂਜ਼ ਜਿਹੜੇ ਹੈਗੇ ਨੇ, ਕੀ ਉਹਨਾਂ ਵਾਸਤੇ ਕੋਈ ਵੱਖਰੇ ਵੱਖਰੇ ਪੈਨਲਸ ਬਣ ਗਏ? ਕਿਉਂਕਿ ਇੱਕ ਵਿਅਕਤੀ ਮਾਹਰ ਨਹੀਂ ਹੁੰਦਾ ਹਰ ਚੀਜ਼ ਦੇ ਵਿੱਚ। ਸੋ ਕੀ ਉਸ ਵਿੱਚ ਤੁਸੀਂ ਕਰੋਗੇ? ਇਹਦੇ ਬਾਰੇ ਤੁਹਾਡੇ ਤੋਂ ਅਸੀਂ ਜਾਣਕਾਰੀ ਲੈਂਦੇ ਹਾਂ, ਲੇਕਿਨ ਉਸ ਤੋਂ ਪਹਿਲਾਂ ਮੈਂ ਦੱਸਦਾ ਕਿ ਅੱਜ ਦਾ ਇਹ ਪ੍ਰੋਗਰਾਮ ਜੋ ਹੈ ਸਾਡੇ ਸਰੋਤਿਆਂ ਦਰਸ਼ਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਜੌਨ ਰਸਟਿਡ ਹੈ ਕੌਣ? ਇਹ ਇੱਕ ਪੁਰਾਣਾ ਸਿਆਸਤਦਾਨ ਹੈ। ਇਸ ਦਾ ਤੁਹਾਡੇ ਖਰਚੇ ਵਧਾਉਣ ਦਾ 20 ਸਾਲ ਦਾ ਰਿਕਾਰਡ ਹੈ। ਹੁਣ ਇਸ ਦੀ ਸਕੀਮ ਹੈਲਥ ਕੇਅਰ ਵਿੱਚ 4 ਬਿਲੀਅਨ ਦੀ ਕਟੌਤੀ ਕਰਨ ਦੀ ਹੈ। ਇਹ ਤੁਹਾਡੇ ਲਈ ਵੱਡਾ ਖਤਰਾ ਹੈ। BCNDP ਵੱਲੋਂ ਇੱਕ ਸੁਨੇਹਾ। AMC ਇੰਸ਼ੋਰੈਂਸ ਦੇ ਸਹਿਯੋਗ ਦੇ ਨਾਲ ਇਹਨਾਂ ਦੀਆਂ 10 ਬ੍ਰਾਂਚਿਸ ਨੇ ਲੋਅਰ ਮੇਨਲੈਂਡ ਵਿੱਚ, ਹਫਤੇ ਦੇ 7 ਦਿਨ ਖੁੱਲ੍ਹੇ ਰਹਿੰਦੇ ਨੇ, ਅਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 604 507 6666 604 507 6666 ਦੇ ਉੱਤੇ। ਸਵੇਰੇ 9 ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਖੁੱਲ੍ਹੇ ਰਹਿੰਦੇ ਨੇ, ਅਤੇ ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਏ ਤੁਸੀਂ ਇਹਨਾਂ ਨਾਲ ਸੰਪਰਕ ਕਰੋ। ਸਾਡੇ ਅਗਲੇ ਸਹਿਯੋਗੀ ਹਨ ਅਗਨੀਹੋਤਰੀ ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਏ ਤਾਂ ਨੀਰਾ ਅਗਨੀਹੋਤਰੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। 2006 ਤੋਂ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਵਜੋਂ ਇਹ ਕੰਮ ਕਰ ਰਹੇ ਨੇ। ਤੁਹਾਨੂੰ ਓਨੈਸਟ ਤੇ ਰਿਲਾਇਬਲ ਇਨਫੋਰਮੇਸ਼ਨ ਦੇਣ ਦਾ ਵਾਅਦਾ ਕਰਦੇ ਨੇ। 604 597 2284 ਇਹਨਾਂ ਦਾ ਫੋਨ ਨੰਬਰ ਹੈ। 604 597 2284।
ਸਾਡੇ ਅਗਲੇ ਸਹਿਯੋਗੀ ਹਨ ਬਸੰਤ ਮੋਟਰਸ 16315 ਫਰੇਜ਼ਰ ਹਾਈਵੇ ਸਰੀ ਵਿੱਚ ਸਥਿਤ ਹੈ ਇਹਨਾਂ ਦਾ ਬਹੁਤ ਵੱਡਾ ਸ਼ੋਰੂਮ, ਜਿੱਥੇ ਤੁਸੀਂ ਜਾ ਕੇ ਹਰ ਕਿਸਮ ਦੀ ਗੱਡੀ ਲੀਜ਼ ਜਾਂ ਫਾਈਨੈਂਸ ਕਰਵਾ ਸਕਦੇ ਹੋ। 604 572 7880 6045727880 ਇਹਨਾਂ ਦਾ ਫੋਨ ਨੰਬਰ ਹੈ। ਸੋ ਕੁਝ ਹੀ ਪਲਾਂ ਤੱਕ ਵਾਪਸ ਆਨੇ ਤੇ ਸਰਦਾਰ ਨਿਰਮਲ ਸਿੰਘ ਜੀ ਨਾਲ ਜਿਹੜਾ ਮੈਂ ਸਵਾਲ ਖੜਾ ਕੀਤਾ ਹੈ ਉਸ ਦਾ ਜਵਾਬ ਲੈਣੇ ਹੈਗੇ ਜੀ। ਸੋ ਨਿਰਮਲ ਸਿੰਘ ਜੀ, ਜੋ ਬ੍ਰੇਕ ਤੋਂ ਪਹਿਲਾਂ ਸਵਾਲ ਹੈਗਾ ਸੀ ਜੀ, ਉਹਦੇ ਬਾਰੇ ਤੁਸੀਂ ਕਿਸ ਤਰੀਕੇ ਨਾਲ ਇਹ ਸਾਰੇ ਇਸ਼ੂਜ਼ ਨੂੰ ਨਜਿੱਠੋਗੇ ਜੀ? ਵੀਰ ਜੀ, ਸਵਾਲ ਤੁਹਾਡਾ ਬਹੁਤ ਹੀ ਬਾਕਮਾਲ ਸਵਾਲ ਹੈਗਾ। ਤੁਸੀਂ ਨਾਲ ਹੀ ਉੱਤਰ ਦੇ ਦਿੱਤਾ ਕਿ ਵੱਖਰੇ ਵੱਖਰੇ ਪੈਨਲ ਦੀ ਗੱਲ ਕੀਤੀ ਆ, ਬਿਲਕੁਲ ਸਹੀ ਗੱਲ ਕੀਤੀ ਹੈ। ਇਸੇ ਤਰੀਕੇ ਨਾਲ ਅਸੀਂ ਅਡੋਪਸ਼ਨ ਨਵੇਂ ਜਿਹੜੇ ਮਾਹਰ ਹੈਗੇ, ਜਿਸ ਵਿਸ਼ੇ ਦੀ ਤੇ ਅਸੀਂ ਕੋਈ ਚਰਚਾ ਕਰਨੀ ਆ, ਉਸ ਵਿਸ਼ੇ ਦੇ ਉੱਤੇ ਮਾਹਰ ਜਿਹੜੇ ਗੁਰਮੁਖ ਪਿਆਰੇ ਹੋਣਗੇ, ਉਹਨਾਂ ਦਾ ਇੱਕ ਪੈਨਲ ਤਿਆਰ ਕੀਤਾ ਜਾਏਗਾ। ਉਹਨਾਂ ਦੀ ਵਿਚਾਰਧਾਰਾ ਦੇ ਮੁਤਾਬਕ ਫਿਰ ਕੋਰ ਕਮੇਟੀ ਦੇ ਵਿੱਚ ਉਹਨੂੰ ਫਿਰ ਘੋਖਿਆ ਜਾਏਗਾ, ਵਿਸ਼ਲੇਸ਼ਣ ਕੀਤਾ ਜਾਏਗਾ, ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਦੇ ਵਿੱਚ ਹੀ ਹੋਵੇਗਾ ਸਭ ਕੁਝ। ਹਾਂ, ਮਾਹਰਾਂ ਦੇ ਕੋਈ ਗੁਰਬਾਣੀ ਤੇ ਮਾਹਰ ਹੈਗਾ, ਕੋਈ ਹੋਰ ਮਸਲਿਆਂ ਤੇ ਕਾਰਜਕਾਰੀ ਜਿਹੜੇ ਕੰਮ ਹੁੰਦੇ ਆ, ਪ੍ਰੋਗਰੈਸਿਵ ਕੰਮ ਹੁੰਦੇ, ਉਹਨਾਂ ਦਾ ਜਿਸ ਵਿਸ਼ੇ ਤੇ ਕੋਈ ਮਾਹਰ ਹੋਵੇਗਾ, ਉਹਨਾਂ ਨੂੰ ਅਸੀਂ ਬੇਨਤੀ ਕਰਕੇ ਉਸ ਪੈਨਲ ਤਿਆਰ ਹੋਵੇਗਾ ਤੇ ਉਹਦੇ ਮੁਤਾਬਕ ਅਸੀਂ ਫਿਰ ਅੱਗੇ ਵਧਾਂਗੇ ਜੀ। ਨਿਰਮਲ ਸਿੰਘ ਜੀ, ਪਹਿਲਾਂ ਵੀ ਸੰਸਥਾਵਾਂ ਬਣੀਆਂ, ਕੁਛ ਦੇਰ ਲਈ ਕੰਮ ਹੁੰਦੀਆਂ ਨੇ, ਲੇਕਿਨ ਬਾਅਦ ਦੇ ਵਿੱਚ ਅਨਫੋਰਚੂਨੇਟ ਅਸੀਂ ਦੇਖਦੇ ਹਾਂ ਕਿ ਸਿੱਖ ਸੰਸਥਾਵਾਂ ਬਹੁਤੀਆਂ ਕਾਮਯਾਬ ਨਹੀਂ ਹੁੰਦੀਆਂ ਅਤੇ ਆਪਸ ਵਿੱਚ ਹੀ ਇਸ਼ੂਜ਼ ਚੈਲੰਜਸ ਆ ਜਾਂਦੇ ਹੈਗੇ ਨੇ। ਸੋ ਇਹਨੂੰ ਯਕੀਨੀ ਬਣਾਉਣ ਵਾਸਤੇ ਕਿ ਇਹ ਇੱਕਦਮ ਟਰਾਂਸਪੇਰੈਂਟ ਹੋਵੇ ਅਤੇ ਕੌਮ ਵਾਸਤੇ ਕੰਮ ਕਰ ਸਕੇ, ਇਹਦੇ ਵਾਸਤੇ ਤੁਸੀਂ ਕੀ ਤੁਹਾਡਾ ਮੇਜਰ ਫੋਕਸ ਹੋਗਾ? ਤੁਸੀਂ ਬਿਲਕੁਲ ਜਿਹੜੇ ਪਹਿਲਾਂ ਗੱਲ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਅਨੁਕੂਲ ਹੀ ਸਭ ਕੁਝ ਹੋਏਗਾ, ਪਰ ਫਿਰ ਵੀ ਟਰਾਂਸਪੇਰੈਂਸੀ ਦੀ ਲੋੜ ਹੁੰਦੀ ਹੈ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਚੌਧਰ ਜਿਹੜੀ ਹੈਗੀ ਉਹ ਇਹਨਾਂ ਇੰਸਟੀਟਿਊਸ਼ਨਸ 'ਤੇ ਭਾਰੂ ਹੋ ਜਾਂਦੀ ਅਤੇ ਫਿਰ ਪ੍ਰੋਬਲਮਸ ਕ੍ਰੀਏਟ ਹੁੰਦੀਆਂ, ਉਹਦੇ ਵਿੱਚੋਂ ਹੀ ਹੋਰ ਸੰਸਥਾਵਾਂ ਬਣ ਜਾਂਦੀਆਂ ਨੇ। ਸੋ ਉਹਦੇ ਮੁਤਲਕ ਕੀ ਟਰਾਂਸਪੇਰੈਂਸੀ ਨੂੰ ਤੁਸੀਂ ਕਿਵੇਂ ਫੋਕਸ ਕਰੋਗੇ? ਵੀਰੀ ਜੀ, ਸਾਡੇ ਸੰਕਲਪ ਪੱਤਰ ਦੇ ਵਿੱਚ ਲਿਖਿਆ, ਪੂਰਨ ਪਾਰਦਰਸ਼ਤਾ ਨਾਲ ਦੁਨੀਆ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਇਹ ਸੰਸਥਾ ਹੈ। ਐਵਰੀਥਿੰਗ ਸ਼ੁੱਡ ਬੀ ਐਂਡ ਵਿਲ ਬੀ ਟਰਾਂਸਪੇਰੈਂਟ ਜੀ। ਵਾਰ ਔਰ ਇਹ ਨਹੀਂ ਹੈ ਵੀ ਇੱਕ ਵਾਰ ਜਿਹੜਾ ਕੋਈ ਪੰਜ ਪਿਆਰਿਆਂ ਦੀ ਕਮੇਟੀ ਦੇ ਵਿੱਚ ਆ ਗਿਆ, ਉਹ ਹਮੇਸ਼ਾ ਉਹ ਹੀ ਰਹੇਗਾ। ਸਾਡੇ ਇੱਕ ਵਾਰ ਜਿਹੜਾ ਪੰਜ ਪਿਆਰਿਆਂ ਦੀ ਕਮੇਟੀ 'ਚ ਆ ਜਾਏਗਾ, ਉਹ ਮੁੜ ਕੇ ਉਸ ਕਮੇਟੀ ਦੇ ਵਿੱਚ ਨਹੀਂ ਆਏਗਾ। ਉਹ ਔਰ ਬਰਾਬਰ ਹੋਣਗੇ ਪੰਜੇ ਹੀ, ਉਹਨਾਂ ਦਾ ਕੋਈ ਹੁਕਮ ਨਹੀਂ ਹੈ। ਜੇ ਪੰਜ ਪਿਆਰੇ ਵੀ ਕੋਈ ਫੈਸਲਾ ਇੱਦਾਂ ਦਾ ਕਰ ਦਿੰਦੇ ਜਿਹੜੇ ਕਿ ਗੁਰਮਤ ਤੋਂ ਦੂਰ ਹੈਗਾ, ਉਹਨੂੰ ਫਿਰ ਉਹ ਕੋਰ ਕਮੇਟੀ ਵਿਚਾਰੇਗੀ ਔਰ ਉਹਨੂੰ ਦਰੁਸਤ ਕੀਤਾ ਜਾਏਗਾ। ਕੋਈ ਇੱਦਾਂ ਨਹੀਂ ਹੈ ਵੀ ਮਾਈ ਵੇ ਔਰ ਨੋ ਵੇ, ਇਹ ਕਦੇ ਨਹੀਂ ਹੋਏਗਾ। ਇਸ ਚੀਜ਼ ਦੀ ਅਸੀਂ ਗਰੰਟੀ ਕਰਦੇ ਹਾਂ। ਤੇ ਮੈਂ ਇਹ ਆਪਣੇ ਤੌਰ ਤੇ ਵੀ ਇਸ ਚੀਜ਼ ਦੀ ਸ਼ੋਰਟੀ ਲੈਣਾ ਜੀ। ਮੈਂ ਇਸ ਵੇਲੇ ਜੋ ਗੁਰਸਿੱਖਾਂ ਨੇ ਹੁਕਮ ਕੀਤਾ, ਮੈਂ ਉਹਨਾਂ ਪੰਜਾਂ ਦੇ ਵਿੱਚ ਇੱਕ ਹੈਗਾ ਵਾਂ। ਸਾਡੀਆਂ ਹਮੇਸ਼ਾ ਹੀ ਐਵਰੀ ਵੀਕ ਤੇ ਮੀਟਿੰਗਸ ਹੋ ਰਹੀਆਂ ਹਾਂ। ਤੇ ਜਿਹੜਾ ਤੁਹਾਡਾ ਸਵਾਲ ਸੀ, ਪੂਰਨ ਪਾਰਦਰਸ਼ਤਾ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਦੇ ਮੁਤਾਬਕ ਹੋਵੇਗੀ ਜੀ। ਇੱਥੋਂ ਅਸੀਂ ਖੁੰਝੇ ਹੋਏ ਹਾਂ, ਅਸੀਂ ਆਪਣੀ ਮਰਜ਼ੀ ਦੇ ਫੈਸਲੇ ਲੈ ਰਹੇ ਹਾਂ। ਜਿਹੜੇ ਸਾਡੇ ਆਇਕਾ ਹੈਗੇ ਆ, ਜਿਹੜੇ ਸਾਨੂੰ ਤਨਖਾਹ ਦਿੰਦੇ ਆ, ਜੋ ਉੱਥੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਹੋ ਰਿਹਾ, ਉਹ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਮੁਤਾਬਕ ਜਾਂ ਸਿੱਖਾਂ ਦੀ ਚੜ੍ਹਦੀ ਕਲਾ ਦੇ ਵਿੱਚ ਨਹੀਂ ਹੋ ਰਿਹਾ, ਜਿਸ ਕਰਕੇ ਜੋ ਆਪਸ ਵਿੱਚ ਹੀ ਤਕਰਾਰ ਚੱਲ ਰਿਹਾ ਬੜੇ ਵੱਡੇ ਪੱਧਰ ਤੇ, ਸਾਰੇ ਚਿੰਤਤ ਹੈਗੇ ਆ। ਲੇਕਿਨ ਮੈਂ ਇਹ ਬੇਨਤੀ ਕਰਦਾ, ਅਗਰ ਜੇ ਚਿੰਤਤ ਹੈਗੇ ਆ ਤੇ ਲੈਟਸ ਗੈਟ ਟੂਗੈਦਰ। ਅਸੀਂ ਕੋਈ ਹਾਰਡ ਐਂਡ ਫਾਸਟ ਲਾਈਨ ਨਹੀਂ ਰਹਿ ਰਹੇ। ਵੀ ਆਰ ਵੈਰੀ ਫਲੈਕਸੀਬਲ, ਵੀ ਆਰ ਓਪਨ ਟੂ ਟੇਕ ਯੂਰ ਐਡਵਾਈਸ ਐਂਡ ਓਪੀਨੀਅਨ। ਵੰਡਰਫੁਲ। ਸੋ ਇਹਦੇ ਵਾਸਤੇ ਜੀ ਐਲੀਜੀਬਿਲਿਟੀ ਕੀ ਹੈਗੀ ਹੈ? ਕੋਈ ਵੀ ਸਿੱਖ ਕੀ ਸੰਸਥਾ ਦਾ ਮੈਂਬਰ ਬਣ ਸਕਦਾ ਹੈਗਾ? ਕੋਈ ਇਸ਼ੂ ਜਿਹੜਾ ਉਹ ਸਮਝਦਾ ਹੈ ਜਾਂ ਉਹਨਾਂ ਕੋਲ ਕੋਈ ਐਕਸਪਰਟੀਜ਼ ਹੈਗੀ ਉਸ ਉੱਤੇ, ਕੀ ਉਹ ਤੁਹਾਨੂੰ ਉਹਦੇ ਉੱਤੇ ਫੀਡਬੈਕ ਦੇ ਸਕਦੇ ਨੇ? ਅਤੇ ਉਸ ਤੋਂ ਬਾਅਦ ਜੇਕਰ ਤੁਹਾਡੇ ਕੋਲ ਫੀਡਬੈਕ ਆਉਂਦੀ ਹੈ, ਤੁਹਾਡੀ ਸਿਸਟਮ ਫੰਕਸ਼ਨਿੰਗ ਕਿਵੇਂ ਹੈਗੀ ਹੈ ਜੀ ਇਸ ਗਰੁੱਪ ਦੀ, ਜਿਹੜੇ ਪੰਜ ਪਿਆਰੇ ਦੇ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ, ਅਤੇ ਉਹ ਨਾਲ ਬਾਕੀ ਜਿਹੜੇ ਮੈਂਬਰਸ ਹੈਗੇ ਨੇ, ਤੁਸੀਂ ਕਿਹਾ ਮੀਟਿੰਗਸ ਹੁੰਦੀਆਂ ਨੇ। ਸੋ ਥੋੜ੍ਹਾ ਜਿਹਾ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਿਸ ਤਰੀਕੇ ਨਾਲ ਇਹ ਸਭ ਕੁਝ ਚੱਲ ਰਿਹਾ ਹੈਗਾ। ਦੇਖੋ ਜੀ, ਜਿਹੜੀਆਂ ਤਾਂ ਸੰਸਥਾਵਾਂ ਹੈਗੀਆਂ, ਅਸੀਂ ਸਾਰੀ ਦੁਨੀਆ ਦੀ ਸੰਸਥਾਵਾਂ ਨੂੰ ਸੱਦਾ ਭੇਜਿਆ ਆ ਔਰ ਹੌਲੀ ਹੌਲੀ ਆ ਰਹੇ ਆ।
ਤੇ ਸੰਸਥਾਵਾਂ ਆਪਣੇ ਦੋ ਮੈਂਬਰ ਇਹਦੇ ਵਿੱਚ ਸ਼ਾਮਲ ਕਰਨਗੇ ਜੀ ਤੇ ਬਾਕੀ ਜੇ ਕੋਈ ਇੰਡੀਵਿਜੂਅਲ ਤੌਰ ਤੇ ਗੁਰਸਿੱਖ ਪਿਆਰਾ ਜਿਨ੍ਹਾਂ ਨੇ ਸਿੱਖੀ ਵਾਸਤੇ ਕੰਮ ਕੀਤਾ ਜਾਂ ਸਿੱਖੀ ਵਾਸਤੇ ਦਰਦ ਰੱਖਦੇ ਆ, ਗੁਰੂ ਦੀ ਬਾਣੀ ਦੇ ਉੱਤੇ ਪੂਰਾ ਵਿਸ਼ਵਾਸ ਰੱਖਦੇ ਆ। ਅਸੀਂ ਇਹ ਲਿਖਿਆ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਾ ਗੁਰੂ ਮੰਨਦੇ ਹਾਂ। ਇਸ ਹੂੰ ਗੱਲ ਤੇ ਸਾਰੇ ਸਿੱਖ ਦੇਸ਼ ਵਿਦੇਸ਼ਾਂ ਦੇ ਸਹਿਮਤ ਹਨ ਤੇ ਜੀ ਹੋ ਸਕਦੇ ਹਨ। ਜਿਹੜੇ ਬਾਕੀ ਮਰਿਆਦਾ ਦੇ ਕੋਈ ਛੋਟੇ-ਮੋਟੇ ਇਸ਼ੂ ਹਨ, ਅਸੀਂ ਉਹਨਾਂ ਨੂੰ ਤਾਂ ਨਹੀਂ ਛੇੜ ਰਹੇ। ਅਸੀਂ ਇਹ ਜਿਹੜੇ ਕੌਮੀ ਮਸਲੇ ਸਾਰਿਆਂ ਨੂੰ ਪ੍ਰਭਾਵਿਤ ਕਰਦੇ ਆ। ਕਦੇ ਦੇਖੋ ਜੀ ਭਈ ਬਾਹਰਲੇ ਸਿੱਖਾਂ ਦੀ ਕਦੇ ਕੋਈ ਇਨਪੁਟ ਲਈ ਆ ਕਿਸੇ ਨੇ? ਹੂੰ ਅਸੀਂ ਕਹਿੰਦੇ ਆ ਵੀ ਅਸੀਂ ਕਿਸੇ ਦੀ ਵਿਰੋਧਤਾ ਵਿੱਚ ਨਹੀਂ ਖੜੇ ਪਏ, ਐਸਜੀਪੀਸੀ ਦੇ ਅਸੀਂ ਵਿਰੋਧ ਵਿੱਚ ਹੈਗੇ। ਅਸੀਂ ਕਹਿੰਦੇ ਸਾਰੇ ਰਲ ਜਾਓ, ਜੀ ਸਾਰੇ ਰਲਾਂਗੇ। ਜਿੱਦਾਂ ਅਸੀਂ ਬਚਪਨ ਦੇ ਵਿੱਚ ਪੜ੍ਹਦੇ ਹੁੰਦੇ ਸੀ ਜੀ, ਵੀ ਉਹ ਇੱਕ ਲੱਕੜੀ ਨੂੰ ਤੋੜਨ ਵਾਸਤੇ ਜਿੱਦਾਂ ਮਰਜ਼ੀ ਤੋੜ ਦਿਓ, ਫਟਾਫਟ ਜਦੋਂ ਇਕੱਠੀਆਂ ਕਰ ਦਿਓ ਫਿਰ ਨਹੀਂ ਟੁੱਟਦੀਆਂ। ਸੋ ਅਸੀਂ ਇਹ ਕਿਉਂ ਭੁੱਲ ਗਏ ਆ, ਹੋਏ ਇਕੱਤਰ ਮਿਲੋ ਮੇਰੇ ਭਾਈ। ਜੀ ਅਸੀਂ ਇਹ ਕਿਉਂ ਭੁੱਲ ਗਏ ਆ, ਏਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਹੂੰ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਦੀ ਪ੍ਰਣਾਲੀ ਨੂੰ ਅਡਾਪਟ ਕਰਨਾ ਪਏਗਾ। ਜੀ ਕੋਈ ਸ਼ੱਕ ਨਹੀਂ ਜੀ, ਬਿਲਕੁਲ ਤੁਸੀਂ ਕਿਹਾ ਸਹੀ, ਲੇਕਿਨ ਅਨਫੋਰਚੂਨੇਟਲੀ ਹਉਮੈ ਤੇ ਚੌਧਰ ਜਿਹੜੀ ਹੈਗੀ ਹੈ ਜੀ, ਇਹ ਸਾਡੇ ਤੇ ਭਾਰੂ ਹੋ ਗਈ। ਤੇ ਅਸੀਂ ਕਹਿੰਦੇ ਤੇ ਹੈਗੇ ਹਾਂ ਕਿ ਅਸੀਂ ਜੀ ਗੁਰੂ ਦਾ ਪ੍ਰਚਾਰ ਕਰਨਾ ਚਾਹੁੰਦੇ, ਲੇਕਿਨ ਜੋ ਕੁਝ ਸੰਸਥਾਵਾਂ ਵਿੱਚ ਚੱਲ ਰਿਹਾ ਸਾਨੂੰ ਸਭ ਨੂੰ ਪਤਾ। ਤੇ ਐਸਜੀਪੀਸੀ ਵੱਲੋਂ ਜੋ ਕੁਝ ਪਿਛਲੇ ਸਮੇਂ ਵਿੱਚ ਤੇ ਜਿਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਦੇ ਉੱਤੇ ਜਿਸ ਤਰੀਕੇ ਨਾਲ ਜਥੇਦਾਰ ਬਿਠਾਏ ਗਏ, ਕਿ ਉਹਨਾਂ ਨੇ ਫੈਸਲੇ ਲਏ, ਕਿੰਨਾ ਕੌਮ ਦਾ ਉਹਦਾ ਨੁਕਸਾਨ ਹੋਇਆ, ਸਭ ਨੂੰ ਪਤਾ ਹੈ। ਸੋ ਹੁਣ ਜਿੱਥੇ ਇਹ ਇੱਕ ਗੱਲ ਹੈਗੀ ਹੈ, ਜਿੱਥੇ ਤੁਸੀਂ ਕਹੀ ਕਿ ਦੁਨੀਆ ਭਰ ਤੋਂ ਕੋਈ ਵੀ ਸਿੱਖ ਜਿਹੜਾ ਇਸ ਦਾ ਮੈਂਬਰ ਬਣ ਸਕਦਾ ਹੈਗਾ ਹੈ, ਤੇ ਉਸ ਦੇ ਬਾਅਦ ਡਿਸਕਸ਼ਨਸ ਹੋਣਗੀਆਂ, ਤੇ ਫਿਰ ਉਸ ਤੋਂ ਬਾਅਦ ਕੋਈ ਨਾ ਕੋਈ ਲੋਕਾਂ ਵਾਸਤੇ, ਆਮ ਜਨਤਾ ਵਾਸਤੇ ਵੀ ਕੋਈ ਨਾ ਕੋਈ ਜਿਹੜੇ ਇਸ਼ੂਜ਼ ਨੇ ਉਹਨਾਂ ਦੇ ਵਾਸਤੇ ਜਿਹੜਾ ਤੁਸੀਂ ਡਿਸਕਸ ਕਰੋਗੇ, ਕੁਝ ਬਾਹਰ ਕੱਢੋਗੇ। ਲੇਕਿਨ ਦੂਸਰੇ ਪਾਸੇ ਨਿਰਮਲ ਸਿੰਘ ਜੀ, ਜਿੱਥੇ ਅਸੀਂ ਦੇਖਦੇ ਹਾਂ ਕਿ ਅਕਾਲ ਤਖਤ ਦਾ ਇੱਕ ਬਹੁਤ ਅਹਿਮ ਮੁੱਦਾ ਹੈ, ਪਰ ਜਿਹੜੇ ਮੁਲਕਾਂ 'ਚ ਅਸੀਂ ਵਸਦੇ ਹਾਂ ਇੱਥੇ ਵੀ ਗੁਰਦੁਆਰਿਆਂ ਦੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਹੈਗੇ। ਇੱਥੇ ਵੀ ਮਨਮਤ ਜਿਹੜੀ ਹੈਗੀ ਹੈ ਤੇ ਪਖੰਡਵਾ ਜਿਹੜਾ ਵੱਧ ਰਿਹਾ ਹੈਗਾ। ਕੀ ਇਹ ਚੈਲੰਜਸ ਬਾਰੇ ਵੀ ਤੁਸੀਂ ਡਿਸਕਸ ਕਰ ਰਹੇ ਹੈਗੇ ਹੋ ਜੀ? ਬਿਲਕੁਲ ਕਰ ਰਹੇ ਹਾਂ ਜੀ। ਜਿੰਨੀਆਂ ਵੀ ਝੂਠੀਆਂ ਸਾਖੀਆਂ ਸੁਣਾਈਆਂ ਜਾ ਰਹੀਆਂ, ਜਿਹੜੀਆਂ ਕਿ ਗੁਰਮਤ ਦਾ ਉਹਨਾਂ ਨਾਲ ਨੇੜੇ ਤੇੜੇ ਦਾ ਸੰਬੰਧ ਵੀ ਨਹੀਂ ਹੈ, ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਘੋਖ ਕੇ ਵਿਚਾਰ ਕੇ ਉਹਨਾਂ ਨੂੰ ਅਸੀਂ ਸਮੂਹ ਸੰਗਤ ਦੇ ਅੱਗੇ ਪੇਸ਼ ਕਰਾਂਗੇ ਵੀ ਆਹ ਸਾਖੀ ਇਸ ਕਰਕੇ ਗਲਤ ਹੈਗੀ ਆ, ਇਹਦਾ ਗੁਰਦੁਆਰਿਆਂ ਦੇ ਵਿੱਚ ਪ੍ਰਚਾਰ ਨਹੀਂ ਹੋਣਾ ਚਾਹੀਦਾ। ਕਿਸ ਕਰਕੇ ਨਹੀਂ ਹੋਣਾ ਚਾਹੀਦਾ? ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਦੇ ਵਿੱਚ ਇਹ ਜੋ ਵਿਸ਼ਾ ਹੈ ਉਹ ਇਸ ਤਰ੍ਹਾਂ ਨਹੀਂ ਹੈ ਜਿਸ ਤਰ੍ਹਾਂ ਸਾਖੀ ਦੇ ਵਿੱਚ ਹੈ। ਜਿਸ ਤਰ੍ਹਾਂ ਮੈਂ ਐਗਜ਼ਾਮਪਲ ਦੇ ਹੂੰ ਬਾਬਾ ਬੁੱਢਾ ਜੀ ਦਾ ਇੱਕ ਕਹਾਣੀ ਅਸੀਂ ਚੈਪਟਰ ਪੜ੍ਹਦੇ ਸੁਣਦੇ ਹੈਗੇ ਆ ਕਿ ਬਾਬਾ ਬੁੱਢਾ ਜੀ ਨੇ ਵਰ ਦਿੱਤਾ ਮਾਤਾ ਗੰਗਾ ਜੀ ਨੂੰ। ਜੀ ਮੈਂ ਕਿਤਾਬ ਪੜ੍ਹ ਰਿਹਾ ਸੀ, ਮੇਰੇ ਡੈਸਕ ਦੇ ਉੱਤੇ ਪਈ ਆ, ਹੂੰ ਸਰਦਾਰ ਸਤਵੀਰ ਸਿੰਘ ਨੇ ਲਿਖੀ ਹੈ ਤੇ ਪੰਜਾਬੀ ਯੂਨੀਵਰਸਿਟੀ ਨੇ ਛਾਪੀ ਆ ਵੀ ਬਾਬਾ ਬੁੱਢਾ ਜੀ ਦੇ ਪਾਸ ਮਾਤਾ ਗੰਗਾ ਜੀ ਅਤੇ ਗੁਰੂ ਅਰਜਨ ਪਾਤਸ਼ਾਹ ਦੋਏ ਜਾਣੇ ਗਏ ਸੀ ਵਰ ਲੈਣ, ਪੁੱਤਰ ਲੈਣ। ਕਦੀ ਜੀ ਹੋ ਸਕਦਾ? ਮੇਰੇ ਕੋਲ ਕਿਤਾਬ ਪਈ। ਰਾਈਟ ਗੁਰੂ ਗ੍ਰੰਥ ਸਾਹਿਬ ਸਾਨੂੰ ਸੁਨੇਹਾ ਦਿੰਦੇ ਆ, ਭਾਈ ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ, ਨਾਲੇ ਦਾ ਤਾਂ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਬਾਣੀ ਪੁੱਤਰਾਂ ਧੀਆਂ ਦਾ ਕੋਈ ਸੌਦੇਬਾਜ਼ੀ ਕਰਨ ਲਈ ਨਹੀਂ ਹੈ। ਜੀ ਜੋ ਗੁਰ ਦੀਆ ਸੋ ਮੰਨ ਕੇ ਕਾਮ, ਮਨ ਵਾਸਤੇ ਆ ਬਾਣੀ, ਮਨ ਨੂੰ ਤਕੜਾ ਕਰਨ ਵਾਸਤੇ ਆ। ਜੀਵਨ ਦੇ ਵਿੱਚ ਉਤਰਾਅ ਚੜਾਅ ਆਉਣਗੇ, ਅਸੀਂ ਮਨ ਨਾ ਡਿਗੇ ਤਨ ਕਾਹੇ ਕੋ ਡਰਾਏ। ਜੀ ਆਪਣੀ ਜ਼ਿੰਦਗੀ ਦੇ ਵਿੱਚ ਐਨ ਸਟੇਬਲ ਰਹਿਣਾ ਹੈ ਗੁਰਬਾਣੀ ਦਾ ਆਸਰਾ ਲੈ ਕੇ। ਇਹਨਾਂ ਜੀ ਪਖੰਡੀਆਂ ਨੇ ਸਾਡਾ ਇੱਕ ਨਹੀਂ ਬਹੁਤ ਨੁਕਸਾਨ ਕਰ ਦਿੱਤਾ। ਕੋਈ ਸ਼ੱਕ ਨਹੀਂ ਜੀ, ਇਸ ਵਿੱਚ ਬਿਲਕੁਲ ਤੁਸੀਂ ਸਹੀ ਕਿਹਾ ਕਿ ਬਹੁਤ ਨੁਕਸਾਨ ਹੋ ਚੁੱਕਿਆ, ਪਰ ਇੱਕ ਹੁਣ ਉਪਰਾਲਾ ਕੀਤਾ ਜਾ ਰਿਹਾ ਹੈ। ਖਾਸ ਤੌਰ ਉੱਤੇ ਯੰਗਸਟਰਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅੱਜ ਅਸੀਂ ਦੇਖ ਰਹੇ ਹਾਂ ਬਾਣੀ ਤੇ ਬਾਣੇ ਦੋਨੋਂ ਤੋਂ ਹੀ ਖੁੰਝ ਰਹੇ ਹੈਗੇ ਆ। ਸੋ ਇਸ ਉੱਤੇ ਇਹ ਇੱਕ ਸਮੱਸਿਆ ਬਹੁਤ ਵੱਡੀ ਹੈਗੀ ਹੈ। ਯੰਗਸਟਰਸ ਦੇ ਇਸ਼ੂਜ਼ ਨੇ, ਤੇ ਖਾਸ ਤੌਰ 'ਤੇ ਸਿੱਖ ਧਰਮ ਜਿਹੜਾ ਹੈਗਾ ਇਸ ਦੇ ਵਿੱਚ ਤਾਂ ਵਾਏ ਦਾ ਕਨਸੈਪਟ ਗੁਰੂ ਨਾਨਕ ਨੇ ਸ਼ੁਰੂ ਤੋਂ ਹੀ ਕਹਿ ਦਿੱਤਾ ਸੀ ਕਿ ਤੁਸੀਂ ਸਵਾਲ ਪੁੱਛ ਸਕਦੇ ਹੈਗੇ ਹੋ ਬਾਣੀ ਵਿਚਾਰ ਕੇ, ਬਿਕੋਜ਼ ਵਿਚਾਰ ਦੀ ਬੜੀ ਮਹੱਤਤਾ ਹੈਗੀ ਹੈ। ਸੋ ਇਸ ਮੁੱਖ 'ਤੇ ਇਹ ਇੱਕ ਇਸ਼ੂ ਜਿਹੜਾ ਹੈਗਾ ਇਹ ਵੀ ਬੜਾ ਚੈਲੰਜਿੰਗ ਇਸ਼ੂ ਹੈਗਾ।
ਤੋ ਮੈਂ ਅਖੀਰ ਵਿੱਚ ਚਾਹੂੰਗਾ, ਪਿਛਲੇ 6 ਮਹੀਨੇ ਬਹੁਤਾ ਲੰਮਾ ਸਮਾਂ ਨਹੀਂ ਹੋਇਆ ਤੁਹਾਨੂੰ, ਅਜੇ ਤਾਂ ਤੁਸੀਂ ਸਿਰਫ ਗਠਬੰਧ ਹੋ ਰਹੇ ਹੈਗੇ ਹੋ, ਇਕੱਠੇ ਹੋ ਰਹੇ ਹੋ, ਸਾਰੇ ਲੋਕ ਜਾਂ ਸੰਸਥਾਵਾਂ ਜੁੜ ਰਹੀਆਂ ਨੇ, ਪਰ ਫਿਰ ਵੀ ਇਹ ਇਸ਼ੂਜ਼ ਇਹੋ ਜਿਹੇ ਜਿਹੜੇ ਹੈਗੇ ਨੇ, ਤੇ ਪਿਛਲੇ 6 ਮਹੀਨੇ ਦਾ ਜੇ ਲੇਖਾ ਜੋਖਾ ਪੁੱਛੀਏ ਤਾਂ ਕਿੱਥੇ ਅੱਜ ਅਸੀਂ ਖਲੋਤੇ ਹਾਂ ਜੀ, ਤੇ ਤੁਸੀਂ ਅੱਗੇ ਕੀ ਚਾਹੁੰਦੇ ਹੈਗੇ ਹੋ? ਦੇਖੋ ਵੀਰ ਜੀ, ਜਿਸ ਤਰ੍ਹਾਂ ਤੁਸੀਂ ਇਹ ਗੱਲ ਕੀਤੀ ਆ, ਥੋੜਾ ਸਮਾਂ ਹੋਇਆ, ਥੋੜੇ ਸਮੇਂ ਦੇ ਵਿੱਚ ਮੈਂ ਇਹ ਦੱਸਾਂ ਵੀ ਸ਼ੁਰੂ ਦੇ ਵਿੱਚ ਅਸੀਂ ਵਿਧਾਨ ਦੇ ਉੱਤੇ ਇੰਨਾ ਟਾਈਮ ਲਾਇਆ ਕਿ ਉਹਦੇ ਵਿੱਚ ਕੋਈ ਫਲਾਹ ਨਾ ਰਹਿ ਜਾਵੇ, ਹੈ ਜੀ। ਤੇ ਜੀ। ਹੁਣ ਹੌਲੀ ਹੌਲੀ ਅਸੀਂ ਇੱਕ ਇੱਕ ਇਸ਼ੂ ਨੂੰ ਲੈ ਰਹੇ ਹਾਂ, ਔਰ ਵੱਖਰੇ ਵੱਖਰੇ ਪੈਨਲ ਬਣ ਰਹੇ ਆ। ਸਰਦਾਰ ਰਾਮ ਸਿੰਘ ਜੀ ਕੈਰਗੀ ਤੋਂ ਹੈਗੇ ਆ, ਉਹ ਲਾਵਾਂ ਦੇ ਉੱਤੇ ਕੰਮ ਕਰਨ ਲੱਗੇ ਆ। ਲਾਵਾਂ ਦਾ ਜਿਹੜਾ ਅਰਥ ਭਾਵ ਆ, ਉਹ ਯੰਗਸਟਰ ਨੂੰ ਇੰਗਲਿਸ਼ ਦੇ ਵਿੱਚ ਔਰ ਪੰਜਾਬੀ ਦੇ ਵਿੱਚ ਸਮਝਾਉਣ ਵਾਸਤੇ ਉਹ ਇੱਕ ਲਿਟਰੇਚਰ ਤਿਆਰ ਕਰ ਰਹੇ ਆ, ਜਿਹੜੇ ਕਿ ਸਾਰੇ ਯੰਗਸਟਰ ਦੇ ਨਾਲ ਰਿਲੇਟਡ ਹੈਗਾ ਆ। ਸੋ ਇਸ ਤਰ੍ਹਾਂ ਹੋਰ ਪ੍ਰੋਜੈਕਟ ਹੈਗੇ ਆ ਜਿਹੜੇ ਕਿ ਸਾਡੇ ਕੌਮੀ ਪ੍ਰੋਜੈਕਟ ਹੋਣਗੇ, ਸਾਰਿਆਂ ਸਿੱਖਾਂ ਨਾਲ, ਦੇਸ਼ ਵਿਦੇਸ਼ ਦੇ ਸਿੱਖਾਂ ਨਾਲ ਰਿਲੇਟਡ ਹੋਣਗੇ। ਜੀ। ਜਿਹੜੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਰਾਜਸੀ ਦਖਲਅੰਦਾਜ਼ੀ ਹੋ ਰਹੀ ਆ, ਨਾ ਸਾਨੂੰ ਕੋਈ ਫੈਸਲੇ ਜੁਡੀਸ਼ਰੀ ਤੋਂ ਮਿਲ ਰਹੇ ਆ, ਨਾ ਮਤਲਬ ਗਵਰਨਮੈਂਟਸ ਨੂੰ ਮਿਲ ਰਹੇ ਆ, ਉਹਦਾ ਕਾਰਨ ਸਿਰਫ ਇੱਕੋ ਹੀ ਆ ਕਿ ਅਸੀਂ ਇੱਕ ਨਹੀਂ ਹਾਂ। ਜੀ। ਇੱਕ ਹੋਣ ਨਾ ਹੋਣ ਕਰਕੇ ਅਸੀਂ ਨੁਕਸਾਨ ਉਠਾ ਰਹੇ ਹਾਂ। ਇਹ ਅਸੀਂ ਕੋਈ ਖਾਲਸਾ, ਸਰਬੱਤ ਖਾਲਸਾ ਬੁਲਾ ਨਹੀਂ ਰਹੇ। ਇਹ ਇੱਕ ਐਸਾ ਪਲੇਟਫਾਰਮ, ਇੱਕ ਸਾਧਨ, ਇੱਕ ਉਪਰਾਲਾ ਹੈ ਜਿੱਥੇ ਅਸੀਂ ਰਲ ਮਿਲ ਕੇ ਵਿਚਾਰ ਕਰੀਏ ਕਿ ਜਿਹੜੇ ਵੀ ਸਾਨੂੰ ਇਸ਼ੂਜ਼ ਹਨ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਐਡਰੈਸ ਕਰਨਾ ਹੈ। ਹਮੇਸ਼ਾ ਲੜਾਈ ਦਾ ਕੋਈ ਉਹ ਨਹੀਂ ਹੁੰਦਾ ਵੀ ਹਰ ਇੱਕ ਮਸਲਾ ਜਿਹੜਾ ਹੈ ਉਹ ਲੜਾਈ ਨਾਲ ਜੀ, ਹੀ ਬਿਲਕੁਲ। ਹੱਲ ਹੋਣਾ। ਜੀ। ਲੜਾਈ ਵਿਚਾਰਾਂ ਦੀ ਹੋਣੀ ਚਾਹੀਦੀ ਆ। ਰੋਸ ਨਾ ਕੀਜੇ ਉੱਤਰ ਦੀਜੇ। ਅਸੀਂ ਰੋਸ ਉੱਤਰ ਨਹੀਂ ਦਿੰਦੇ, ਅਸੀਂ ਡਾਂਗ ਚੱਕਦੇ ਆ। ਸੱਚ ਦੀ ਗੱਲ ਕਰਨੀ ਹੋਵੇ ਤਾਂ ਗੁਰਦੁਆਰਾ ਸਾਹਿਬਾਂ ਦੇ ਵਿੱਚ ਸਮਾਂ ਨਹੀਂ ਮਿਲਦਾ। ਜੀ। ਇਹ ਚੀਜ਼ਾਂ ਸਾਨੂੰ ਘੋਖਣੀਆਂ ਪੈਣਗੀਆਂ। ਪ੍ਰਬੰਧਕ ਕਮੇਟੀਆਂ ਜਿਹੜੀਆਂ ਆ ਉਹ ਆਪ ਬਹੁਤ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਦੇ ਵਿੱਚ ਉਹ ਆਪ ਹੈਗੇ ਆ। ਜੀ। ਕਈ ਥਾਵਾਂ ਤੇ ਐਸੇ ਹੈਗੇ ਆ, ਉਹ ਤਾਂ ਮਤਲਬ ਸਿੱਖੀ ਨੂੰ ਮਤਲਬ ਮੱਥਾ ਹੀ ਟੇਕਦੇ ਆ, ਲੇਕਿਨ ਉਹ ਗੁਰੂ ਸਾਹਿਬ ਦੇ ਜੋ ਬਚਨ ਹਨ ਉਹਦੇ ਤੇ ਮੰਨਣ ਨੂੰ ਜਾਂ ਫੁੱਲ ਚੜਾਉਣ ਨੂੰ ਤਿਆਰ ਨਹੀਂ ਹਨ। ਜੀ, ਬਿਲਕੁਲ ਜੀ। ਹੁਣ ਇੱਕ ਜੀ। ਉਹਦੇ ਬਾਅਦ ਜਿਹੜੀ ਹਰਪ੍ਰੀਤ ਸਿੰਘ ਜੀ, ਮੈਨੂੰ ਕਈ ਵਾਰ ਤਕਲੀਫ ਹੁੰਦੀ ਇਸ ਗੱਲ ਦੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 3 ਸ਼ਬਦ ਹੈਗੇ ਆ ਜਿਹੜੇ ਕਿ ਆ ਫੁੱਲਾਂ ਨੂੰ ਤੋੜਨ ਨੂੰ ਮਨਾ ਕਰਦੇ ਆ, ਲੇਕਿਨ ਦਰਬਾਰ ਸਾਹਿਬ ਤੇ ਕਰੋੜਾਂ ਦੇ ਫੁੱਲ ਚੜ ਰਹੇ ਆ। ਜੀ। ਉਹ ਗੁਰੂ ਗ੍ਰੰਥ ਸਾਹਿਬ ਕੁਛ ਨਹੀਂ ਚ ਹੋ ਰਿਹਾ ਜੀ। ਬਿਲਕੁਲ, ਬਿਲਕੁਲ ਜੀ। ਇਹ ਸਾਰੇ ਬਿਲਕੁਲ ਸਰਦਾਰ ਨਿਰਮਲ ਸਿੰਘ ਜੀ ਜਿਹੜੇ ਤੁਸੀਂ ਇਹ ਪੁਆਇੰਟਸ ਰੇਜ਼ ਕਰ ਰਹੇ ਹੋ ਬਹੁਤ ਇੰਪੋਰਟੈਂਟ ਹੈਗੇ ਨੇ, ਤੇ ਜਾਗਰੂਕਤਾ ਦੀ ਲੋੜ ਹੈਗੀ, ਕਿਉਂਕਿ ਲੋਕਾਂ ਦਾ ਕਸੂਰ ਨਹੀਂ ਮੈਂ ਕਹਿਣਾ ਹੈਗਾ, ਕਿਉਂਕਿ ਜਿਸ ਤਰੀਕੇ ਨਾਲ ਜੋ ਸਮਝਾਇਆ ਗਿਆ, ਤੁਸੀਂ ਸਾਖੀਆਂ ਦਾ ਜ਼ਿਕਰ ਕੀਤਾ ਜਾਂ ਹੋਰ ਕਈ ਐਸੇ ਗ੍ਰੰਥ ਨੇ ਜਿਨ੍ਹਾਂ ਦਾ ਅੱਜ ਵੀ ਗੁਰਦੁਆਰਿਆਂ 'ਚ ਜੋ ਹੈ ਉਹਨਾਂ ਦੀ ਉਹਨਾਂ ਦੀ ਵਿਆਖਿਆ ਕੀਤੀ ਜਾਂਦੀ ਹੈਗੀ ਹੈ। ਸੋ ਉਹ ਚੀਜ਼ਾਂ ਗੁਰਮਤਿ ਅਨੁਕੂਲ ਨਹੀਂ ਹੈਗੀਆਂ, ਬਟ ਐਟਲੀਸਟ ਅ ਬਿਗਨਿੰਗ ਇਜ਼ ਬੀਇੰਗ ਮੇਡ, ਸੋ ਦੈਟਸ ਅ ਗ੍ਰੇਟ ਪ੍ਰੋਗਰੈਸ। ਬਟ ਇਹਦੇ ਵਾਸਤੇ ਕਿਸੇ ਨੇ ਹੋਰ ਜਾਣਕਾਰੀ ਲੈਣੀ ਹੋਏ ਤੇ ਕਿੱਥੇ ਸੰਪਰਕ ਕੀਤਾ ਜਾ ਸਕਦਾ? ਕੋਈ ਤੁਹਾਡੀ ਵੈਬਸਾਈਟ ਜਾਂ ਕੋਈ ਤੁਹਾਡੀ ਈਮੇਲ ਜਿੱਥੇ ਤੁਹਾਡੇ ਨਾਲ ਦੁਨੀਆ ਭਰ ਵਿੱਚ ਜੋ ਸਿੱਖ ਪ੍ਰੋਗਰਾਮ ਦੇਖ ਰਹੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਚਾਹਣ? ਹਾਂਜੀ, ਸਾਡਾ ਜੀ ਵੈਬਸਾਈਟ ਹੈਗਾ sarvatkhalsa.world WORLD, ਤੇ ਈਮੇਲ ਹੈਗੀ ਜੀ fateh@sarvatkhalsa.com। ਓਕੇ। ਤੇ ਅਖੀਰ ਦੇ ਵਿੱਚ ਜੀ ਕੀ ਤੁਸੀਂ ਕਹਿਣਾ ਚਾਹੋਗੇ ਜੋ ਅਸੀਂ ਇਸ਼ੂਜ਼ ਨੂੰ ਟੱਚ ਕੀਤਾ ਹੈ? ਜੀ ਕਹਿੰਦੇ ਨੇ ਜੀ ਜਸਟ ਦ ਟਿਪ ਆਫ ਦ ਆਈਸਬਰਗ। ਇਹ ਸਮੱਸਿਆਵਾਂ ਨੂੰ ਮੈਂ ਚਾਹਾਂਗਾ ਅਸੀਂ ਇਨ ਡੈਪਥ ਐਨਾਲਿਸਿਸ ਕਰਕੇ ਇਹਨਾਂ ਤੇ ਡਿਸਕਸ਼ਨਸ ਕਰਾਂਗੇ ਆਉਣ ਵਾਲੇ ਸਮੇਂ ਵਿੱਚ, ਪਰ ਅਖੀਰ ਦੇ ਵਿੱਚ ਤੁਹਾਡਾ ਕੀ ਮੈਸੇਜ ਹੋਏਗਾ ਜੀ? ਮੈਸੇਜ ਮੇਰਾ ਇੱਕੋ ਹੀ ਆ ਜੀ, ਬੇਨਤੀ ਹੈਗੀ ਆ। ਮੈਸੇਜ ਗੁਰੂ ਗ੍ਰੰਥ ਸਾਹਿਬ ਦਾ ਹੀ ਹੈ ਜੀ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਵੈਸੋ ਸਫਾ ਵਿਛਾਏ। ਆਓ ਵੀਰੋ ਬੈਠ ਕੇ, ਜੇ ਨੁਕਸਾਨ ਹੋ ਰਿਹਾ ਤਾਂ ਇਹਦਾ ਹੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਅਸੀਂ ਕਹਿੰਦੇ ਆ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਲੇਕਿਨ ਗੁਰਦੁਆਰੇ ਵੀ ਅਸੀਂ ਜਾਤਾਂ ਪੱਤ ਦੇ ਵੰਡ ਲਏ ਯਾਰੋ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿ ਇਹ ਜੋ ਇਨੀਸ਼ੀਏਟਿਵ ਲਿਆ ਗਿਆ ਉਸ ਦੇ ਵਿੱਚ ਤੁਸੀਂ ਇੱਕ 5 ਮੈਂਬਰੀ ਇੱਕ ਹੈਗੇ ਹੋ, ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਸ਼ੂਜ਼ ਜਿਹੜੇ ਨੇ ਇਹਨਾਂ ਨੂੰ ਡਿਟੇਲਸ ਦੇ ਵਿੱਚ ਐਨਾਲਿਸਿਸ ਹੋਵੇ, ਤੇ ਉਸ ਤੋਂ ਬਾਅਦ ਸੋਲਿਊਸ਼ਨ ਓਰੀਐਂਟਡ ਥਾਟ, ਕਿਉਂਕਿ ਜਿਸ ਤਰ੍ਹਾਂ ਤੁਸੀਂ ਆਪ ਹੀ ਕਿਹਾ ਕਿ ਗੁਰੂ ਦੀ ਬਾਣੀ ਤਾਂ ਸਾਨੂੰ ਉਪਦੇਸ਼ ਕਰਦੀ ਹੈ ਕਿ ਬਹੁਤ ਸਾਰੇ ਡਿਫਰੈਂਸਿਸ ਆਫ ਓਪੀਨੀਅਨ ਹੋ ਸਕਦੇ ਨੇ, ਪਰ ਅਲਟੀਮੇਟਲੀ ਅਸੀਂ ਸਾਰੇ ਹੀ ਸਿੱਖ ਹੈਗੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਹੀ ਸਾਨੂੰ ਲੀਡ ਕਰ ਰਹੇ ਨੇ।
ਤੋ ਉਸ ਦਾ ਸਹਾਰਾ ਲੈ ਕੇ ਅਸੀਂ ਕਿਉਂ ਨਾ ਸੋਲੂਸ਼ਨਸ ਵੀ ਲੱਭੀਏ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੇ ਆਸ ਕਰਦੇ ਹਾਂ ਕਿ ਵੱਧ ਚੜ੍ਹ ਕੇ ਲੋਕ ਜਿਹੜੇ ਹੈਗੇ ਨੇ ਇਸ ਸੰਸਥਾ ਦੇ ਬਾਰੇ ਹੋਰ ਜਾਣਕਾਰੀ ਤੁਹਾਡੀ ਵੈਬਸਾਈਟ sarbatkhalsa.world ਤੇ ਜਾ ਕੇ ਲੈਣਗੇ, ਤੇ ਜੇਕਰ ਕੋਈ ਸਵਾਲ ਹੋਣ ਤਾਂ ਤੁਹਾਡੇ ਨਾਲ ਸੰਪਰਕ ਵੀ ਕਰਨਗੇ। ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡਾ ਵੀਰ ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ, ਥੈਂਕ ਯੂ। ਸੋ ਇਹ ਸਨ ਸਰਦਾਰ ਨਿਰਮਲ ਸਿੰਘ ਵੈਦ, ਸਾਡੇ ਮਹਿਮਾਨ ਵਿਕਟੋਰੀਆ ਤੋਂ, ਤੇ ਇਹ ਜੋ ਸਰਬੱਤ ਖਾਲਸਾ ਜਥੇਬੰਦੀ ਕਾਇਮ ਕੀਤੀ ਗਈ ਜੀ, ਉਸਦੇ 5 ਮੈਂਬਰਸ ਚੋਂ ਇੱਕ ਹੈਗੇ ਨੇ। ਤੁਸੀਂ ਹੋਰ ਇਨਫੋਰਮੇਸ਼ਨ ਜ਼ਰੂਰ ਲਓ, ਕਿਉਂਕਿ ਅਸੀਂ ਸਾਰੇ ਹੀ ਚਾਹੁੰਦੇ ਹਾਂ ਕਿ ਚੇਂਜ ਆਵੇ, ਪਰ ਇਹ ਚੇਂਜ ਫॉर ਗੁੱਡ ਜਿਹੜਾ ਹੈਗਾ ਤਦ ਹੀ ਆ ਸਕਦਾ ਜੇਕਰ ਅਸੀਂ ਇਹ ਨਾ ਸਮਝੀਏ ਕਿ ਸਿਰਫ ਇਹ ਗੁਰਦੁਆਰਿਆਂ ਦੀ ਹੀ ਰਿਸਪੌਂਸਿਬਿਲਿਟੀ ਹੈ। ਸਾਡਾ ਜੋ ਐਜ਼ ਅ ਸਿੱਖ ਫਰਜ਼ ਬਣਦਾ ਹੈ ਅਸੀਂ ਜ਼ਰੂਰ ਨਿਭਾਈਏ, ਤੇ ਜਿੱਥੇ ਕਿਤੇ ਵੀ ਕੁਝ ਗਲਤ ਹੋ ਰਿਹਾ ਜੋ ਗੁਰੂ ਗ੍ਰੰਥ ਸਾਹਿਬ ਦੇ ਅਨੁਕੂਲ ਨਹੀਂ ਹੈਗਾ, ਆਵਾਜ਼ ਚੁੱਕਣੀ ਸਾਡਾ ਫਰਜ਼ ਬਣਦਾ ਹੈਗਾ। ਸੋ ਇੱਕ ਵਾਰ ਫਿਰ ਦੱਸਦਾ, sarbatkhalsa.world ਤੇ ਜਾ ਕੇ ਤੁਸੀਂ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ। प्रोग्राम की कर दीजिए इतने ही समाप्ति, लेकिन उस तो पहला दस दिए कि जॉन रस्टेड है कौन? ये एक पुराना सियासतदान है। इसका आपके खर्च बढ़ाने का 20 साल का रिकॉर्ड है। अब इसकी स्कीम हेल्थ केयर से $4 बिलियन की कटौती करने की है। ये आपके लिए बड़ा खतरा है। BCNDP द्वारा एक संदेश। ਸਾਡੇ ਬਾਕੀ ਦੇ ਸਪਾਂਸਰਸ ਜਿਨ੍ਹਾਂ ਦੇ ਸਹਿਯੋਗ ਕਾਰਨ ਹਰ ਰੋਜ਼ ਤੁਹਾਡੇ ਨਾਲ ਇਹਨਾਂ ਪ੍ਰੋਗਰਾਮਸ ਦੇ ਰਾਹੀਂ ਅਸੀਂ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। ਸਾਡੇ ਅਗਲੇ ਸਹਿਯੋਗੀ ਹਨ ਸੁਖੀ ਬਾਤ ਮੋਟਰਸ, 15437 ਫਰੇਜ਼ਰ ਹਾਈਵੇ ਸਰੀ ਤੇ ਸਥਿਤ ਇਹਨਾਂ ਦਾ ਸ਼ੋਰੂਮ ਤੇ ਟਰੱਕ ਸੈਂਟਰ। ਹਰ ਕਿਸਮ ਦੇ ਟਰੱਕਸ ਜਾਂ ਗੱਡੀਆਂ ਤੁਸੀਂ ਲੀਜ਼ ਜਾਂ ਫਾਈਨੈਂਸ ਕਰਵਾ ਸਕਦੇ ਹੋ। 604 580 1000 ਇਹਨਾਂ ਦਾ ਫੋਨ ਨੰਬਰ ਹੈ। ਸਾਡੇ ਅਗਲੇ ਸਹਿਯੋਗੀ ਹਨ ਭਰਤ ਜੁਐਲਰਸ, ਯੂਨਿਟ ਨੰਬਰ 115 8120 128 ਸਟਰੀਟ ਸਰੀ, ਪਾਇਲ ਬਿਜ਼ਨਸ ਸੈਂਟਰ। ਬਹੁਤ ਵੱਡਾ ਸ਼ੋਰੂਮ ਹੈ ਜੀ, ਤੇ ਕਸਟਮਾਈਜ਼ ਵੀ ਕਰਾ ਕੇ ਦਿੰਦੇ ਨੇ ਤੁਹਾਨੂੰ ਗਹਿਣੇ, ਅਤੇ ਵਧੀਆ ਕੁਆਲਿਟੀ ਦੇ ਤੁਸੀਂ 골ਡ ਜਾਂ ਡਾਇਮੰਡ ਜੁਐਲਰੀ ਲੈ ਸਕਦੇ ਹੋ। 604 593 1111 ਇਹਨਾਂ ਦਾ ਫੋਨ ਨੰਬਰ ਹੈ। ਤੇ ਸਾਡੇ ਅਗਲੇ ਸਹਿਯੋਗੀ ਹਨ SK ਹੋਮ ਡਿਜ਼ਾਈਨਸ। ਹਰ ਕਿਸਮ ਦੀ ਇੰਟੀਰੀਅਰ ਡਿਜ਼ਾਈਨਿੰਗ ਦੇ ਵਿੱਚ ਇਹ ਮਾਹਰ ਨੇ। ਪੁਰਾਣਾ ਘਰ ਹੈ ਜਾਂ ਨਵੀਂ ਦਿੱਖ ਦੇਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ ਤੁਸੀਂ 604 825 9295। ਇੱਥੇ ਹੀ ਕਰਨਾ ਪ੍ਰੋਗਰਾਮ ਦੀ ਸਮਾਪਤੀ ਜੀ। ਇਸ ਪ੍ਰੋਗਰਾਮ ਦਾ ਮਕਸਦ ਹੈ ਤੁਹਾਨੂੰ ਐਜੂਕੇਟ ਕਰਨਾ, ਅਵੇਅਰਨੈਸ ਲਿਆਉਣੀ, ਤਾਂ ਕਿ ਅਸੀਂ ਇੰਪਾਰਟ ਹੋ ਸਕੀਏ ਤੇ ਡਿਊ ਡਿਲੀਜੈਂਸ ਦੀ ਵਰਤੋਂ ਕਰਕੇ ਅਸੀਂ ਸਹੀ ਫੈਸਲੇ ਕਰ ਸਕੀਏ। ਮੇਰੇ ਨਾਲ ਸੰਪਰਕ ਕਰਨਾ ਹੋਏ 604 603 7555, 604 603 7555 ਤੇ ਤੁਸੀਂ WhatsApp ਰਾਹੀਂ ਸੰਪਰਕ ਕਰ ਸਕਦੇ ਹੋ, ਜਾਂ ਫਿਰ ਈਮੇਲ ਕਰ ਸਕਦੇ ਹੋ harpreetsingh@gmail.com। ਸਮਾਂ ਕੱਢ ਕੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਫਿਰ ਮੁਲਾਕਾਤ ਕਰਾਂਗੇ। ਹੈਵ ਅ ਵੰਡਰਫੁਲ ਡੇ।